ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਗੁਰੂ ਪਿਆਰੀ ਸਾਧ ਸੰਗਤ ਜੀ, ਅੱਜ ਬਿਹਾਰ ਦੇ ਵਿੱਚ ਅਸੀਂ ਪਹੁੰਚੇ ਹਾਂ। ਪਿੰਡ ਦਾ ਨਾਮ ਹੈ ਲక్ష్ਮੀਪੁਰ। ਬਹੁਤ ਹੀ ਸੋਹਣਾ ਇੱਥੇ ਦਾ ਇਤਿਹਾਸ ਹੈ। ਆਪ ਜੀ ਜਦੋਂ ਪੂਰਾ ਇਤਿਹਾਸ ਸ਼ਰਵਣ ਕਰੋਗੇ ਤਾਂ ਆਪ ਜੀ ਨੂੰ ਉਹ ਦੁਰਲੱਭ ਚੀਜ਼ਾਂ ਦੇ, ਉਸ ਦੁਰਲੱਭ ਨਿਸ਼ਾਨੀਆਂ ਦੇ ਆਪ ਜੀ ਨੂੰ ਦਰਸ਼ਨ ਹੋਣਗੇ। ਉੱਥੇ ਹੀ ਧੰਨ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਸਰੂਪ ਦੇ ਵੀ ਦਰਸ਼ਨ ਹੋਣਗੇ, ਜੋ 6 ਮਹੀਨੇ ਤੱਕ ਨਦੀ ਦੇ ਵਿੱਚ, ਪਾਣੀ ਦੇ ਵਿੱਚ ਰਹਿਣ ਤੋਂ ਬਾਅਦ ਵੀ ਅੱਜ ਸੁਰੱਖਿਅਤ ਮੌਜੂਦ ਨੇ। ਤੇ ਉਹ ਇੱਥੇ ਦਾ ਇਤਿਹਾਸ, ਲక్ష్ਮੀਪੁਰ ਦਾ ਇਤਿਹਾਸ ਬੜਾ ਡੂੰਘਾ ਹੈ। ਤੇ ਮੈਂ ਆਪ ਜੀ ਨੂੰ ਦੱਸ ਦੇਵਾਂ ਕਿ ਇੱਥੇ ਦਾ ਇਤਿਹਾਸ ਕਿ ਜਦੋਂ ਗੁਰੂ ਤੇਗ ਬਹਾਦਰ ਪਾਤਸ਼ਾਹ ਜੀ ਪਟਨਾ ਸਾਹਿਬ ਤੋਂ ਚੱਲਦੇ ਹੋਏ ਪਹੁੰਚਦੇ ਨੇ, ਕਾਂਤ ਨਗਰ ਦਾ ਜ਼ਿਕਰ ਆਉਂਦਾ ਹੈ। ਆਪ ਜੀ ਨੇ ਇਤਿਹਾਸ ਵਿੱਚ ਸੁਣਿਆ ਹੋਵੇਗਾ, ਤੇ ਬਿਲਕੁਲ ਨਦੀ ਦੇ ਕੰਢੇ ਦੇ ਉੱਤੇ ਪਿੰਡ ਵਸਿਆ ਹੋਇਆ ਸੀ। ਤੇ ਗੁਰੂ ਨਾਨਕ ਦੇਵ ਮਹਾਰਾਜ ਦੀ ਸਿੱਖੀ ਮੌਜੂਦ ਸੀ। ਤੇ ਉਸ ਸਮੇਂ ਗੁਰੂ ਤੇਗ ਬਹਾਦਰ ਪਾਤਸ਼ਾਹ ਨੇ ਚੇਤਾਵਨੀ ਦਿੱਤੀ ਸੰਗਤਾਂ ਨੂੰ ਕਿ ਜਿਸ ਤਰੀਕੇ ਦੇ ਨਾਲ ਪਾਣੀ, ਨਦੀ ਦਾ ਵਹਾਓ ਆ ਰਿਹਾ ਹੈ, ਤੇ ਜਿਸ ਤਰੀਕੇ ਦੇ ਨਾਲ ਨਦੀ ਖੁਰ ਰਹੀ ਹੈ, ਤੇ ਹੋ ਸਕਦਾ ਕਿ ਇਹ ਤੁਹਾਡਾ ਪਿੰਡ ਜਿਹੜਾ ਹੈ ਉਹ ਨਦੀ ਦੇ ਵਹਿਣ ਦੇ ਵਿੱਚ ਵਹਿ ਜਾਵੇ, ਤੇ ਤੁਸੀਂ ਉਸ ਪਿੰਡ ਨੂੰ ਇੱਥੋਂ ਦੂਰ ਲਿਜਾ ਸਕਦੇ ਹੋ। ਤੇ ਹੋਇਆ ਵੀ ਇਸੇ ਤਰੀਕੇ ਦੇ ਨਾਲ ਕਿ ਇਸ ਪਿੰਡ ਦੇ ਵਿੱਚ ਹੜ੍ਹ ਆਇਆ, ਤੇ ਇਹ ਪੂਰਾ ਪਿੰਡ ਉੱਥੋਂ ਉੱਠ ਕੇ ਇਹ ਜਗ੍ਹਾ ਤੇ ਪਹੁੰਚਿਆ। ਪਿੰਡ ਉਹ ਸਾਰਾ ਆਪਾਂ ਇੱਥੇ ਦੀ ਕਮੇਟੀ ਤੋਂ ਸ਼ਰਵਣ ਕਰਾਂਗੇ। ਤੇ ਆਪ ਜੀ ਨੂੰ ਧੰਨ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਦਰਸ਼ਨ ਕਰਵਾ ਰਹੇ ਹਾਂ ਜੀ, ਜੋ 6 ਮਹੀਨੇ ਤੱਕ ਪਾਣੀ ਦੇ ਵਿੱਚ ਰਹੇ, ਨਦੀ ਦੇ ਵਿੱਚ ਰਹੇ। ਕਿਵੇਂ ਗਏ ਨਦੀ ਦੇ ਵਿੱਚ, ਕੀ ਐਸਾ ਭਾਣਾ ਵਾਪਰਿਆ ਸੀ, ਤੇ ਕਿਵੇਂ ਅੱਜ ਮੌਜੂਦ ਨੇ, ਉਹਦੇ ਆਪਾਂ ਦਰਸ਼ਨ ਕਰਨ ਲੱਗੇ ਹਾਂ ਜੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਆਜੋ ਜੀ। ਸਤਿਨਾਮ ਵਾਹਿਗੁਰੂ ਸਤਿਨਾਮ। लड़ीवार हाथ लिखते हैं। इसमें जो है ना, दो पानी ज्यादा करते हैं। अच्छा, एक हकीकत रायदी, एक शिवनाथ पंडित जी, और ये कब इसका संपूर्ण हुआ सारा लिखा हुआ है। ये सारे तत्करे बिछेगा। ठीक है। कब संपूर्ण कब हुआ है? लाहे विरानी आस, नानक नाम त्यागी कारज आवे रास। श्री गुरु बाबे जी क्या, श्री गुरु बाबे जी क्या, श्री बाबे जी क्या संवत 153 को श्री अखंड पाठ रखाए भोग पिया। श्री गुरु जी कृपा होया मिति गुरुवार लिखा है। मिति गुरुवार मिति सुधी श्री गुरुवार कृपा गुरुवार। हाँ। गुरु ग्रंथ साहिब जी का सम्मत 1793 सतगुरु ग्रंथ जी का भोग पाया, श्री गुरु जी की प्रसाद मिति साख सुधी मिटा हुआ, आगे गुरुवार। जपजी गुरुवार वीरवार में ये सारे तत्करे बिछेगा जी। ज्यादा आएगा इसमें। ये नॉमिनेशन बाद में हुआ है। हाँ, बाद में हुआ है। अभी दिल्ली की संगत आई थी, एक बंदे नाम गए बड़े सर्जन आए, मशीन अपने घरों लाके। अगर ਉਹਨਾਂ ਦੀ ਵੀ ਜਾਣਕਾਰੀ ਮਿਲਦੀ ਹੈ ਨਾ ਤੇ ਚ ਜ਼ਰੂਰ ਦੱਸਿਓ, ਤਾਂ ਕਿ ਜਿਨ੍ਹਾਂ ਕੋਲ ਪੁਰਾਤਨ ਸਰੂਪ ਨੇ ਸੰਭਾਲ ਲੈਣਗੇ। हाँ बिल्कुल बिल्कुल। क्या चीज? ਜਿਨ੍ਹਾਂ ਨੇ ਇਹ ਸੇਵਾ ਕੀਤੀ ਹੈ ਸਰੂਪ ਨੂੰ ਸੰਭਾਲਣ ਦੀ, ਅਗਰ ਹਾਂ ਉਹਨਾਂ ਦੀ ਵੀ ਡਿਟੇਲ ਥੋੜਾ ਆਪਾਂ ਬਾਅਦ ਚ ਦੱਸ ਦਾਂਗੇ, ਤਾਂ ਕਿ ਜਿਨ੍ਹਾਂ ਕੋਲ ਹੈ ਨਾ इस तरीके ਦੇ ਨਾਲ ਨੋਮੀਨੇਸ਼ਨ ਹੋ ਜਾਵੇ। और दिल्ली शास्त्री नगर है। सब्जी मंडी पर सब्जी शास्त्री नगर। ਇਸ ਤੋਂ ਬਾਅਦ ਵਿੱਚ ਆਪਾਂ ਡਿਟੇਲ ਦੇ ਵਿੱਚ ਸਤ ਸੰਗਤ ਦੱਸਦੇ ਹਾਂ। श्लोक महला चौथा। बिन सतगुर सेवे जी के बंधना,
जेते कर्म कमाहे बिन सतगुर सेवे ठौर ना पावही मर जम्मे आवे जाए बिन सतगुर सेवे बिन सतगुर सेवे फिक्का बोलना मन वसै आ जाए नानक बिन सतगुर सेवे जमपुर बद्धे मारिए मुँह काले उठ जाए महला तीजा। वाहिगुरू ये जो लिखा होया ने दो चार पन्ने ते दाग पए ने पानी दा केड़ी चीज की स्याही बनया होया है। अच्छा ये जी सारा विधि लिखा होया है। ਤੇ 6 ਮਹੀਨੇ ਤੱਕ ਇਹ ਨਦੀ ਦੇ ਵਿੱਚ कैसे रहा कैसे ये ਜਦੋਂ ਬਜ਼ੁਰਗ ਚਲਦੇ ਸੀ ਨਾ ਗੁਰਦਿਆਲ ਸਿੰਘ ਦੇ व्यापार करने इधर देख, कलकत्ता इधर देख हाँ ते बुजुर्ग ਜਦੋਂ चलते थे इस पिंड दे कुछ सामान लेके इतने से पाट हो गया सरसों हो गया ये लेके कलकत्ता जाते सी बेचने वास्ते ढाका वगैरह तो नाल में नाव ते जाते ने ते नाल में गुगरन साहब भी रख देने ते कीर्तन भजन भी चलते ने तो उसके बाद कुछ दूर जाके वो नाव जो है ना वो तो सारा बंद हो जाना हाँ वो तो जी। घुमा दो नाव जो है ना वो डूब गए तो सिख तो किसी तरह अपना निकल गए एक गुगरन साहब नहीं निकल सकिया अते नाले फिर बाढ़ भी थी तो जब बाढ़ समाप्त हो गया तो देखा कि ये एक लाल वाले रमाला में ये जो है लपेटा हुआ है 6 महीने तक 6 महीने तक 6 महीने बाद हाँ 6 महीने पानी जद सुक गया ये देखिए ये ਤੇ भादों का ਕੁਝ समय ਪਿੰਡ भादों, ਦਾ ਬੰਦਾ आश्विन, कार्तिक, ਗਿਆ अगन, पुष। ਮੱਝਾਂ ਮੁੱਝਾਂ ਚਰਾਉਣ ਗਿਆ हाँ हाँ ਤੋ ਇੱਥੇ ਆ ਕੇ ਪਿੰਡ ਦੇ ਖਬਰ ਦਿੱਤਾ ਕਿ ਹਾਂਜੀ ਇਹ ਕੁਝ ਦੇਖਿਆ ਰੁਮਾਲਾ ਤੇ ਟਕਿਆ ਹੋਇਆ ਤੇ ਸੰਗਤ ਗਈ ਉੱਥੇ ਤੇ ਦੇਖਦਾ ਗੁਰੂ ਗ੍ਰੰਥ ਸਾਹਿਬ ਹੈਗਾ ਉੱਥੇ ਅਰਦਾਸ ਸੋਧ ਕੇ ਪਿੰਡ ਲਾਇਆ ਗਿਆ ਤੇ ਦੇਖਿਆ ਪੰਨੇ ਪੁੰਨੇ ਸਾਫ ਸੁਫ ਕਰਕੇ ਦਰਸ਼ਨ ਕੀਤੇ 2-4 ਪੰਨੇ ਤੇ ਦਾਗ ਲੱਗੇ ਨੇ ਬਾਕੀ ਉਂਝ ਹੀ ਪਏ ਨੇ ਉਸ ਪਾਸੇ ਹੋਣਾ तो ਇਹਦਾ जो ਇਹਦਾ ਜਿਲਦ ਵੀ ਬਣਾਈ ਹੋਈ ਹੈ ਤੇ ਉਹਦੇ ਬਾਅਦ ਇਹਨੇ ਪਰ ਦੋ ਚਾਰ ਜਿਹੜੇ ਅੰਗ ਨੇ ਉਹੀ ਖਰਾਬ ਹੋਏ ਨੇ ਬਾਕੀ ਬਿਲਕੁਲ। ਅੱਛਾ ਸਭ ਤੋਂ ਵੱਡੀ ਗੱਲ ਇਹ ਹੈ ਕਿ ਉਹ ਸਮੇਂ ਦੀ ਜਿਹੜੀ ਲਿਖੀ ਹੋਈ ਲਿਖਾਈ ਹੈ ਉਹ ਸਾਰੀ ਉਦਾਂ ਹੀ ਹੈਗੀ ਉਹਦਾ ਵਿਧੀ ਵੀ ਲਿਖਿਆ ਗਿਆ ਸਿਆਹੀ ਕਿਵੇਂ ਬਣਾਇਆ ਗਿਆ ਉਹਦਾ ਵਿਧੀ ਵੀ ਸਾਰਾ ਲਿਖਿਆ ਹੋਇਆ ਵਿਵਰਣ ਲਿਖਿਆ ਕਿ ਕਿਹੜੇ ਸਿਆਹੀ ਚੀਜ਼ ਦੇ ਕੇ ਸਿਆਹੀ ਬਣਾਏ ਗਏ ਨੇ ਉਹ ਸਾਰਾ ਉਹਦੇ ਚ ਹੈ वृतांत है बिल्कुल केरी चीज ते सही बनिया हुआ है ਇਹ ਬਾਣੀ ਬਾਰੇ ਨਾ बिल्कुल चलो और चलो ਆ ਲਿਖਿਆ ਵਿਧੀ सियाही की विधि लिखी हुई है उते ਠੀਕ 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 ਜੀ। एक ओंकार सतगुरु प्रसाद सिर सिराही ਸਿਰ ਸਿਆਹੀ ਕੱਜਲ ਵੰਨਾ ਬੋਲ ਗੂੰਦ ਕਤੀਰਾ ਏਕ हाँ हाँ ਇੱਕ ਰੱਤੀ लाज वर्त ਲਾਜਵਰਦ हाँ हाँ ਇੱਕ ਰੱਤੀ हाँ सोइना हाँ हाँ विजय सार की पानी विजय सार का पानी हाँ तांबे का भंडा तांबे का भांडा नीम का लक्कड़ नीम की लकड़ी और दिन रवा 20 गज हाँ 20 दिन खर्च करके फिर वो तैयार होना ਬਿਲਕੁਲ ਜੀ। ਇਹਦੀ ਸੰਗਤ ਨੇ ਕਈ ਵਾਰ ਸਾਨੂੰ ਸੰਗਤ ਨੇ ਕਿਹਾ ਵੀ ਇਹਨਾਂ ਦੀ ਸਾਨੂੰ ਫੋਟੋ ਜ਼ਰੂਰ ਭੇਜਿਆ ਕਰੋ हाँ 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 ਤੇ ਅਸੀਂ ਇਸ ਤੋਂ ਬਾਅਦ ਉਹ ਫੋਟੋ ਆਪ ਜੀ ਨੂੰ ਅਟੈਚ ਕਰ ਦੇਵਾਂਗੇ ਫੋਟੋ ਖਿੱਚ ਕੇ ਵੀ ਕਿਸ ਤਰੀਕੇ ਦੇ ਨਾਲ ਇਹ ਸ਼ਾਹੀ ਬਣਾਈ ਗਈ ਕਿਵੇਂ ਗ੍ਰੰਥ ਸਾਹਿਬ ਲਿਖਿਆ ਗਿਆ हाँ हाँ ਤੇ ਜਿਹੜੇ ਅਸੀਂ ਪੁਰਾਤਨ ਦਰਸ਼ਨ ਕੀਤੇ ਨੇ ਜਿਹੜੀ ਹੋਰ ਜਗ੍ਹਾ ਤੇ ਵੀ ਦਰਸ਼ਨ ਕੀਤੇ ਨੇ ਜਿਹੜੀ ਇਹ ਲਾਈਨ ਹੈ हाँ ਇਹ ਬਾਰਡਰ ਹੈ ਇਹਦੇ ਵਿੱਚ ਵੀ ਸੋਨਾ ਭਰਿਆ ਜਾਂਦਾ ਸੀਗਾ हाँ हाँ ਤੇ ਇਹ ਪਾਣੀ ਦੇ ਨਾਲ ਹੋ ਸਕਦਾ ਵੀ ਥੋੜਾ ਹੋ ਗਿਆ ਹੋਵੇ ਲੇਕਿਨ ਇਸ ਬਾਰਡਰ ਦੇ ਵਿੱਚ ਇਹਨਾਂ ਅੰਗਾਂ ਦੇ ਵਿੱਚ ਵੀ ਇੱਥੇ ਵੀ ਸੋਨੇ ਦੇ ਬਾਰਡਰ ਬਣੇ ਹੋਏ ਨੇ ਕਈ ਜਗ੍ਹਾ ਦੇ ਉੱਤੇ। ਤੇ ਸੰਗਤ ਜੀ ਇੱਕ ਹੋਰ ਬਹੁਤ ਵੱਡੀ ਆਪ ਜੀ ਨੂੰ ਅਸੀਂ ਜਾਣਕਾਰੀ ਦੇਣ ਲੱਗਿਆ ਜੋ ਕਿ ਬਹੁਤ ਹੀ ਘੱਟ ਲੋਕਾਂ ਨੂੰ ਪਤਾ ਕਿ ਜਦੋਂ ਧੰਨ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਜੋਤੀ ਜੋਤ ਸਮਾਏ ਨੇ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ ਖੰਜਰ ਮਾਰਿਆ ਗਿਆ ਸੀਗਾ ਉਹ ਇਸੇ ਪਿੰਡ ਦਾ ਸਿੰਘ ਸੀਗਾ ਉਹਦਾ ਨਾਮ ਸੀਗਾ मंगल सिंह ਮੰਗਲ ਸਿੰਘ। ਮੰਗਲ ਸਿੰਘ ਇਸੇ ਪਿੰਡ ਦਾ ਸਿੰਘ ਸੀਗਾ ਲక్ష్ਮੀਪੁਰ ਦਾ ਬਿਹਾਰ ਦਾ ਜਿਹੜਾ ਗੁਰੂ ਗੋਬਿੰਦ ਸਿੰਘ ਦੇ ਨਾਲ ਰਹਿੰਦਾ ਸੀ ਤੇ ਉਹਨੇ ਆਪਣੇ ਅੱਖਾਂ ਦੇ ਨਾਲ ਜੋ ਦੇਖਿਆ ਦੇਖੋ ਜੋ ਅਸੀਂ ਅੱਜ ਇਤਿਹਾਸ ਤੇ ਜਾ ਰਹੇ ਹਾਂ ਅਸੀਂ ਅੱਜ ਜੋ ਅੱਖਾਂ ਦੇ ਨਾਲ ਵੇਖ ਰਹੇ ਹਾਂ ਮਿਲਦੇ ਪਿਆਂ ਉਹੀ ਅਸੀਂ ਲਿਖਣ ਦੀ ਕੋਸ਼ਿਸ਼ ਕਰ ਰਹੇ ਹਾਂ ਉਹਨੂੰ ਹਿੰਦੀ ਵਿੱਚ ਪੰਜਾਬੀ ਵਿੱਚ ਇੰਗਲਿਸ਼ ਵਿੱਚ ਜਲਦੀ ਕਿਤਾਬ ਤੁਹਾਡੇ ਸਾਹਮਣੇ ਆ ਜਾਏਗੀ। ਜੋ ਅੱਖੀਂ ਦੇਖਿਆ ਹਾਲ ਹੁੰਦਾ ਹੈ ਉਹ ਆਪ ਜੀ ਹੁਣ ਆਪਣੀ ਅੱਖਾਂ ਦੇ ਨਾਲ ਵੇਖ ਰਹੇ ਹੋ ਤੇ ਹੋਰ ਵੀ ਆਨੰਦਮਈ ਹੁੰਦਾ ਹੈ। ਤੇ ਉਹ ਅੱਖਾਂ ਦੇ ਨਾਲ ਦੇਖਿਆ ਕਿ ਗੁਰੂ ਗੋਬਿੰਦ ਸਿੰਘ ਜੀ ਦੇ ਨਾਲ ਐਕਚੁਅਲ ਵਿੱਚ ਹਜੂਰ ਸਾਹਿਬ ਨੰਦੇੜ ਦੀ ਧਰਤੀ ਤੇ ਹੋਇਆ ਕੀ ਸੀਗਾ
ਤੇ ਉਹ ਇੱਥੇ ਦੀ ਭਾਸ਼ਾ ਵਿੱਚ ਲਿਖਿਆ ਗਿਆ, ਇੱਥੇ ਦੀ ਬੋਲੀ ਵਿੱਚ ਲਿਖਿਆ ਗਿਆ ਮੰਗਲ ਸਿੰਘ ਜੀ ਨੇ, ਤੇ ਉਹ ਤੁਹਾਡੇ ਕੋਲ ਮੌਜੂਦ ਹੈ। ਉਹ ਇੱਥੇ ਦੀ ਭਾਸ਼ਾ ਦੇ ਵਿੱਚ ਅਸੀਂ ਪੜ੍ਹ ਕੇ ਤੁਹਾਨੂੰ ਸੁਣਾਵਾਂਗੇ ਜੀ। ਜੁੜੇ ਰਹਿਣਾ। ਅੱਖੀਂ ਦੇਖਿਆ ਹਾਲ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ ਖੰਜਰ ਕਿੱਦਾਂ ਮਾਰਿਆ ਗਿਆ। ਇੱਥੇ ਦੀ ਭਾਸ਼ਾ ਵਿੱਚ ਉਸ ਸਮੇਂ ਤੋਂ ਲੈ ਕੇ ਅੱਜ ਤੱਕ ਹਸਤ ਲਿਖਤ ਜਿਹੜੇ ਹੈਗੇ ਨੇ ਉਸ ਪ੍ਰਮਾਣ ਸਾਂਭੇ ਪਏ ਨੇ। ਉਹ ਗੁਰੂ ਨੇ ਕਿਰਪਾ ਕੀਤੀ ਕਿ ਬਹੁਤ ਕਮੇਟੀ ਨੇ ਸੰਭਾਲ ਲਏ, ਨਹੀਂ ਤਾਂ ਕੂੜੇ ਦੇ ਵਿੱਚ ਰੱਦੀ ਦੇ ਵਿੱਚ ਚਲੇ ਜਾਣੇ ਸੀ ਤੇ ਉਹ ਇਤਿਹਾਸ ਸਾਡੇ ਕੋਲੋਂ ਬਹੁਤ ਦੂਰ ਹੋ ਜਾਣਾ ਸੀ, ਸੱਚਾਈ ਤੋਂ ਅਸੀਂ ਪਿੱਛੇ ਰਹਿ ਜਾਂਦੇ। ਤੇ ਅਸੀਂ ਇਸ ਤੋਂ ਬਾਅਦ ਆਪ ਜੀ ਨੂੰ ਦਰਸ਼ਨ ਕਰਵਾਵਾਂਗੇ ਜੀ। ਤੇ ਗੁਰੂ ਗ੍ਰੰਥ ਸਾਹਿਬ ਜੀ ਦੇ ਦਰਸ਼ਨ ਆਪ ਜੀ ਕਰ ਰਹੇ ਹੋ ਕਿ ਜੋ 6 ਮਹੀਨੇ ਤੱਕ ਹਸਤ ਲਿਖਤ ਗ੍ਰੰਥ ਇੱਥੇ ਦੀ ਸੰਗਤ ਇੰਨੀ ਜੁੜੀ ਹੋਈ ਹੈ 4-5 ਪਿੰਡਾਂ ਦੀ ਕਿ ਬਾਣੀ ਪੜ੍ਹਦੀ ਸੀ ਉਸ ਸਮੇਂ, ਜਦੋਂ ਕਿ ਜ਼ਿਆਦਾਤਰ ਕਿ ਗੁਰੂ ਗ੍ਰੰਥ ਸਾਹਿਬ ਦੇ ਸਰੂਪ ਮੌਜੂਦ ਨਹੀਂ ਸਨ, ਪਰ 6 ਹੜ੍ਹ ਆਉਣ ਦੇ ਕਾਰਨ ਨਦੀ ਦੇ ਵਿੱਚ ਸਰੂਪ ਡੁੱਬ ਗਿਆ ਸੀਗਾ। ਇਸ ਤਰ੍ਹਾਂ ਦਾ ਸੀ ਨਾ, ਹਾਂਜੀ, ਕਿ ਉਸ ਵੇਲੇ ਸਾਰੇ ਬਿਜ਼ਨਸਮੈਨ ਸਨ ਤੇ ਬੇੜੀ ਤੇ ਕਾਰੋਬਾਰ ਕਰਦੇ ਸਨ। ਠੀਕ ਹੈ ਜੀ। ਤੇ ਜਦੋਂ ਇੱਥੋਂ ਲੈ ਕੇ ਚੱਲਦੇ ਸਨ ਨਾ ਸਮਾਨ, ਤੇ ਬੇੜੀ ਤੇ ਲੈ ਕੇ ਚੱਲਦੇ ਸਨ। ਹਾਂਜੀ, ਇੱਧਰ ਦਰਸ਼ਨ ਕਰਾ ਦਿਓ। ਤੇ 6 ਮਹੀਨੇ 6 ਮਹੀਨੇ ਦਾ ਸਮਾਨ ਇੱਥੋਂ ਬੇੜੀ ਤੇ ਲੱਦ ਕੇ ਜਦੋਂ ਗੰਗਾ 'ਚ ਜਾਂਦੇ ਸਨ, ਜਦੋਂ ਤੇ ਇੱਕ ਬੇੜੀ 'ਚ ਗੁਰੂ ਗ੍ਰੰਥ ਸਾਹਿਬ ਰਹਿੰਦੇ ਸਨ। ਅੱਗੇ ਗੁਰੂ ਗ੍ਰੰਥ ਸਾਹਿਬ ਦਾ, ਪਿੱਛੇ ਮਾਲ ਸਬਾਬ ਦਾ। ਉਹ ਫਿਰ ਇੱਥੋਂ ਜਾਂਦੇ ਸਨ ਭਾਗਲਪੁਰ, ਕਹਿਲਗਾਂव, ਹੋਰ ਥਾਈਂ ਵੇਚ ਕੇ ਉੱਤੋਂ 6 ਮਹੀਨੇ ਦਾ ਸਮਾਨ ਇਕੱਠਾ ਲਿਆ ਕੇ ਗੁਦਾਮ 'ਚ ਰੱਖਦੇ ਸਨ। ਤੇ ਜਿਹੜੇ ਅੱਗੇ ਜਿਹੜਾ ਉਹ ਬੇੜੀ ਸੀ ਨਾ, ਉਹ ਜਦੋਂ ਆਂधी ਤੂਫਾਨ ਆਇਆ ਤਾਂ ਉਹ ਡੁੱਬ ਗਿਆ, ਸਮਾਨ ਰੁੜ ਗਿਆ। ਤੇ ਜਿਹੜੇ ਗੁਰੂ ਗ੍ਰੰਥ ਸਾਹਿਬ ਸੀ ਉਹ ਵੀ ਪਾਣੀ 'ਚ ਨਿਕਲ ਕੇ ਰੇਤੇ ਦੇ ਥੱਲੇ ਦਬ ਗਏ। ਤੇ ਜਦੋਂ ਪਾਣੀ ਸੁੱਕ ਗਿਆ, ਜਦੋਂ ਤਾਂ ਉਦੋਂ ਮਾਲ ਡੰਗਰ ਆਇਆ ਜਦੋਂ ਪਾਣੀ ਪੀਣ ਵਾਸਤੇ, ਉਸ ਵੇਲੇ ਰੇਸ਼ਮ ਦੇ ਰੁਮਾਲ 'ਚ ਗੁਰੂ ਗ੍ਰੰਥ ਸਾਹਿਬ ਨੂੰ ਰੱਖਦੇ ਸਨ। ਅੱਛਾ ਜੀ। ਅੱਜ ਕੱਲ੍ਹ ਤੇ ਆਮ ਰੁਮਾਲ 'ਚ ਰੱਖਦੇ ਨੇ, ਉਸ ਵੇਲੇ ਰੇਸ਼ਮ ਦੇ ਰੁਮਾਲ 'ਚ ਰੱਖਦੇ ਸਨ। ਉਹ ਰੁਮਾਲ ਦਾ ਜਿਹੜਾ ਕੋਨਾ ਜਿਹੜਾ ਨਿਕਲ ਆਇਆ, ਤੇ ਜੋ ਮਾਲ ਡੰਗਰ ਚਰਾਉਣ ਵਾਲੇ ਨੇ ਖਿੱਚਿਆ ਤੇ ਨਿਕਲ ਆਇਆ। ਜੋ ਵੇਖਿਆ ਉਹ ਉਹਨਾਂ ਨੂੰ ਤਾਂ ਪਤਾ ਨਹੀਂ ਸੀ, ਉਹ ਕਹਿੰਦੇ ਨੇ ਇਹ ਤੇ ਕਿਤਾਬ ਹੈ। ਰੋਲਾ ਮਚ ਗਿਆ। ਫਿਰ ਸੰਗਤ ਗਈ, ਕਹਿੰਦੇ ਉਹ ਗ੍ਰੰਥ ਸਾਹਿਬ ਨੇ ਜਿਹੜੇ ਬੇੜੀ 'ਚ ਡੁੱਬੇ ਹੋਏ ਸਨ। ਫਿਰ ਉੱਥੋਂ ਲਿਆ ਕੇ ਤੇ ਇੱਥੇ ਸੁਖਾ ਕੇ ਤੇ ਫਿਰ ਰੱਖਿਆ। ਤੇ ਇਹ ਜਦੋਂ ਸੰਸਾਗਮ ਕਬ ਹੁਆ ਥਾ, ਸੰਤਾਨ ਤੋਂ ਪਹਿਲਾਂ ਜਦੋਂ ਇਸ ਬੇੜੀ ਦਾ ਇੱਕ ਦਫਾ ਮੁਰੰਮਤ ਹੋਇਆ, ਉਹਦੇ ਵਿੱਚੋਂ ਕਮ ਸੇ ਕਮ ਪਾਈਆ ਦੇ ਰੇਤਾ ਨਿਕਲੇ ਸਨ। ਉਸ ਤੋਂ ਬਾਅਦ ਫਿਰ ਜਿਲਦ ਟੁੱਟ ਗਈ। ਫਿਰ ਇਹਦਾ ਮੁਰੰਮਤ ਹੋਇਆ ਦਿੱਲੀ ਜਾ ਕੇ। ਪ੍ਰੋਫੈਸਰ ਦਰਸ਼ਨ ਸਿੰਘ ਇੱਥੋਂ ਲੈ ਕੇ ਗਏ, ਉੱਥੋਂ ਫਿਰ ਨੋਮੀਨੇਸ਼ਨ ਕਰਵਾ ਕੇ ਫਿਰ ਲਿਆ, ਜਿਹੜਾ ਹੁਣ ਤੱਕ ਦਰਸ਼ਨ ਕਰਾਏ ਜਾਂਦੇ ਨੇ। ਤੇ ਗੁਰੂ ਗ੍ਰੰਥ ਸਾਹਿਬ ਜਿਹੜੇ ਨੇ 5 ਗੁਰੂ ਗ੍ਰੰਥ ਸਾਹਿਬ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਲਿਖੇ ਨੇ। ਇਤਿਹਾਸ ਜਿਹੜਾ ਕਹਿੰਦਾ 5 ਗੁਰੂ ਗ੍ਰੰਥ ਸਾਹਿਬ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਲਿਖੇ ਨੇ। ਬਾਬਾ ਦੀਪ ਸਿੰਘ ਜੀ ਨੇ ਜਿਹੜੇ ਲਿਖਵਾਏ ਸੀ। ਬਾਬਾ ਦੀਪ ਸਿੰਘ ਤੋਂ, ਜਿਹਦੇ 'ਚ ਮੋਹਰ ਲੱਗਿਆ ਹੋਇਆ, ਦਸਤਖਤ ਕੀਤਾ ਹੋਇਆ, ਜਿਹਦੇ ਵਿੱਚੋਂ 2 ਜਾਂ 3 ਗੁਰੂ ਗ੍ਰੰਥ ਸਾਹਿਬ ਜਿਹੜੇ ਨੇ ਅਹਿਮਦ ਸਾਹਿਬ ਅਬਦਾਲੀ ਲੈ ਕੇ ਗਿਆ। ਕਿਉਂਕਿ ਅਹਿਮਦ ਸਾਹਿਬ ਅਬਦਾਲੀ ਜਦੋਂ ਹਿੰਦੁਸਤਾਨ ਤੇ ਹਮਲਾ ਕਰਦੇ ਸਨ, ਤੇ ਉਦੋਂ ਕਹਿੰਦੇ ਸਨ ਕਿ ਇਹਨਾਂ ਦੇ ਪਾਸ ਹੈ ਕੀ ਚੀਜ਼ ਜੇ ਇੰਨਾ ਤਾਕਤਵਰ ਹੈ। तो कहता कि उन्होंने नाल गुरु अंग संग है, कहते चलो गुरु ने लुट के ले जाओ। 2 या 3 गुरु ग्रंथ साहब तो वो लुट के ले गए। 2 या 3 गुरु ग्रंथ साहब जो ने हिंदुस्तान च रह गए, जिदे विचों एक सी थे। वो गुरु ग्रंथ साहब जो तुम साडे बजुर्गों ने गए पटने साहब जिल्द बनवाने वास्ते, उदों फिर महंत कहते हैं कि उत्थे भी संगत ने दर्शन करना, इत्थे भी दर्शन करना। अजकल जो दर्शन कराए जाते हैं, ये भीड़ भी इतों गई है पटने साहब। इस तरह के इतिहास है। उत्ते गुरु गोबिंद सिंह महाराज दे दस्खत ने ਤੇ ਜੋ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਜਦੋਂ ਹਜੂਰ ਸਾਹਿਬ ਸੀਗੇ ਨੰਦੇੜ ਵਿੱਚ, ਤੇ ਉਹਨਾਂ ਦੇ ਨਾਲ ਜਿਹੜਾ ਸਿੰਘ ਰਹਿੰਦਾ ਸੀ ਉਹ ਇੱਥੇ ਦਾ ਸਿੰਘ ਸੀਗਾ ਮੰਗਲ ਸਿੰਘ। ਤੇ ਉਹਨੇ ਜੋ ਉੱਥੇ ਵੇਖਿਆ ਸੀਗਾ ਉਹ ਲਿਖਿਆ ਸੀਗਾ। ਉਹ ਲਿਖਿਆ ਹੋਇਆ। ਉਹ ਕਿਹੜੀ ਭਾਸ਼ਾ 'ਚ ਲਿਖਿਆ ਹੋਇਆ? ਉਹ ਦੇਵਨਾਗਰੀ ਭਾਸ਼ਾ 'ਚ ਹੈ। ਅੱਛਾ, ਉਹ ਤੁਸੀਂ ਪੜ੍ਹ ਕੇ ਸੁਣਾਓਗੇ ਸਾਨੂੰ? ਪੜ੍ਹ ਕੇ ਸੁਣਾ ਦਿਆਂਗਾ। ਹਾਂਜੀ ਸੰਗਤ ਜੀ, ਇਹ ਵੱਧ ਤੋਂ ਵੱਧ ਵੀਡੀਓ ਨੂੰ ਸ਼ੇਅਰ ਕਰੋ ਕਿ ਪਹਿਲੀ ਵਾਰ ਆਪ ਜੀ ਦੇਵਨਾਗਰੀ ਭਾਸ਼ਾ ਦੇ ਵਿੱਚ
ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ ਨਾਲ ਜੋ ਹੋਇਆ ਸੀ ਉਹ ਇਹਨਾਂ ਦੇ ਕੋਲ ਭਾਈ ਮੰਗਲ ਸਿੰਘ ਜੀ ਤੇ ਇਹ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਜਦੋਂ ਇਸ ਪਾਸੇ ਆਏ ਸੀ ਉਸ ਸਮੇਂ ਦੇ ਸਿੱਖ ਨੇ ਇਹ, ਤੇ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਆਪ ਹੁਕਮਨਾਮੇ ਲਿਖਦੇ ਸੀ ਇੱਥੇ ਦੀ ਸੰਗਤ ਦੇ ਲਈ। ਸੋ ਇਹ ਆਦੀ ਸਿੱਖ ਕਹਿ ਲਈਏ ਪੂਰੇ ਬਿਹਾਰ ਦੇ ਵਿੱਚ 5 ਪਿੰਡ ਅੱਜ ਮੌਜੂਦ ਨੇ। ਪਟਨਾ ਸਾਹਿਬ ਤੋਂ ਕਿੰਨੀ ਦੂਰ ਹੈਗਾ ਆਪਾਂ? ਪਟਨਾ ਸਾਹਿਬ ਤੋਂ 300 ਕਿਲੋਮੀਟਰ ਤੇ ਅਸੀਂ ਆ ਚੁੱਕੇ ਹਾਂ ਜੀ। ਪਹਿਲਾਂ 5 ਬਸਤੀ ਜਿਵੇਂ 7-8 ਬਸਤੀ ਹੋ ਗਈ, 7-8 ਬਸਤੀਆਂ ਸਿੱਖਾਂ ਦੀਆਂ ਮੌਜੂਦ ਨੇ ਤੇ ਮੈਂ ਪਿੰਡ ਦੇ ਵੀ ਦਰਸ਼ਨ ਕਰਾਵਾਂਗਾ। ਪਿੰਡ ਵਿੱਚ ਵੀ ਤੁਹਾਨੂੰ ਲੈ ਕੇ ਚੱਲਾਂਗਾ, ਕਾਂਤ ਨਗਰ ਦੇ ਵਿੱਚ ਵੀ ਲੈ ਕੇ ਚੱਲਾਂਗਾ। ਇੱਕ ਸਾਨੂੰ ਪ੍ਰੋਬਲਮ ਹੁਣ ਬਹੁਤ ਆਣੀ ਸ਼ੁਰੂ ਹੋ ਗਈ ਨੈਟਵਰਕ ਦੀ, ਥੋੜੀ ਵੀਡੀਓ ਬੜੀ ਘੱਟ ਮਿਲਦੀ ਆ ਤੇ ਉਹ ਹੁਕਮਨਾਮੇ ਉਹ ਚੀਜ਼ ਦੇ ਦਰਸ਼ਨ ਅਸੀਂ ਕਰਾਉਣ ਲੱਗੇ ਹਾਂ ਤੁਹਾਨੂੰ, ਜੋ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ ਨਾਲ ਹਜੂਰ ਸਾਹਿਬ ਵਿਖੇ ਕੀ ਹੋਇਆ ਸੀਗਾ, ਕਿਵੇਂ ਉਹ ਹੱਥ ਲਿਖਤ ਮੰਗਲ ਸਿੰਘ ਜੀ ਜੋ ਉੱਥੇ ਨਾਲ ਰਹਿੰਦੇ ਸਨ, समझे ना? हाँ जी, वो 2 कॉपी होगा। वो हैगा हाँ जी, हाँ जी, सारा हाँ जी, ठीक। ये है सीक्रेट व्यू। ਇਹਦੇ ਚ ਉਹਨਾਂ ਨੇ ਦੱਸਿਆ ਕਿ ਕਿੱਥੇ ਪ੍ਰਾਪਤ ਹੋਇਆ। ये जरा ना, ये जरा है तो डॉक्टर त्रिलोचन सिंह हिस्टोरियन आए थे। हाँ जी, हाँ जी, इसमें सारा वृत्तांत है। ठीक है। हाँ देखिए, ये डॉक्टर त्रिलोचन सिंह ने लिखा है मैं कैसे कैसे लक्ष्मी डिस्कवरी ऑफ इन बिहार इन विलेज, उसको पढ़ लीजिए पता लगा। आप अभी जो ये लिखा हुआ है ना, हाँ। ये पढ़ के सुनाइए। हाँ ये पढ़ के सुनाइए। हाँ जी, पढ़ मिति कार्तिक बदी पंचमी वहाँ आए। वहाँ आए दिखिए। हाँ ये जरा ना 3 नंबर ते 4 नंबर, हाँ जी, इस तरह करके 11 नंबर में ते लिखा मिति कार्तिक बदी पंचमी वहाँ आए, दीवान खाना बना, ये हम लोगों की भाषा दीवान लगा, इके साहब दर्शन देने लागे। एक दिन सरे दीवान एक पठान बचन आया, उसकी उम्र वर्ष 25 की थी। उस आय के साहिब जी को सलाम किया। साहिब जी उनको कहा जो आगे आए बैठा। साहब जी कछु पूछ, उन्हें भी कछु बात कहा। कोई शायद बैठा। जब उठ चला तब साहब जी 5 रुपया नाम बक्सा। 30 रोज भी गया। दूसरे दिन फिर आया, फिर साहब ने 2 रुपया बक्सा। उस रोज भी गया। फिर तीसरे रोज सरे दीवान आया। साहब जी बैठे दर्शन देते हैं। साहब बैठे दर्शन देते हैं। सर्व खालसा दर्शन करता है। उस पैठान को साहब जी बुलाए दीन चरणों पास बैठाया। रेवड़ी का प्रसाद दिलाया। उन्हें प्रसाद ले रखा। रबड़ी का मतलब कि आटा चावल वगैरह सब मिला करके। अच्छा, सूखा प्रसाद। सूखा प्रसाद खोआ वगैरह बनाते खोआ बना के दिया। उधर ज़्यादा चलता है महाराष्ट्र। अच्छा, हाँ जी। उस पैठान बड़ी देर तक जब सांझ होने लगी, साहब जी के उड़ चलने का बेला होया। घड़ी एक बाकी है। तब उन पैठान बच्चे ने उठ के सलाम की तियाँ। दूसरे सलाम के फिर दौड़ के कटारी का चोट घाव किया। तीनों घाव नकारे भय। साहब जी एक कटारी ऐसी मारी जो उस पठान बच्चे की आंतें गिर गई। तब सिंह उसको मार लिया। साहब जी हुक्म किया जो बादशाही हुक्म बुलाओ। हकीम बुला। 3 बार खंजर मारा गुरु गोबिंद सिंह जी को? नहीं, इक्को बार मारा। एक कटारी ऐसी मारी। एक कटारी ऐसी। हाँ ऐसी। हाँ, उस पठान बच्चे ने किया तो ऐसी कटारी जो उस पैठान बच्चे ने किया तो गिर गई। तब सिंह उसको मार लिया। और संगत जी
ਇੱਥੇ ਦੇ ਹੀ ਰਹਿਣ ਵਾਲੇ ਸੀ ਗੁਲਾਬ ਸਿੰਘ ਜੀ, ਜਿਨ੍ਹਾਂ ਨੇ ਆਪਣੇ ਹੱਥੀਂ ਇਹ ਬਿਰਤਾਂਤ ਇੱਥੇ ਦੀ ਭਾਸ਼ਾ ਵਿੱਚ ਲਿਖਿਆ ਕਿ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ ਉੱਤੇ ਹਮਲਾ ਕਿੱਦਾਂ ਕੀਤਾ ਗਿਆ, ਗੁਰੂ ਗੋਬਿੰਦ ਸਿੰਘ ਜੀ ਨੂੰ ਖੰਜਰ ਕਿੱਦਾਂ ਮਾਰਿਆ ਗਿਆ। ਮੰਗਲ ਸਿੰਘ ਜੀ। ਤੇ ਇਹ ਸਾਰੇ ਉਹ ਗੁਰੂ ਗ੍ਰੰਥ ਸਾਹਿਬ ਵਿੱਚ ਉਹ ਹੁਕਮਨਾਮੇ ਹੈਗੇ ਨੇ। ਹਾਂ ਇੰਨਾ ਕੀਮਤੀ ਖਜ਼ਾਨਾ ਸਾਡੇ ਕੋਲ ਪਿਆ ਹੈ, ਅਸੀਂ ਉਹਨੂੰ ਇਕੱਤਰ ਨਹੀਂ ਕਰ ਪਾ ਰਹੇ, ਉਹਨੂੰ ਇੱਕ ਜਗ੍ਹਾ ਤੇ ਲਿਖ ਨਹੀਂ ਪਾ ਰਹੇ। ਇਹ ਮਹਾਰਾਜ ਦਾ ਮੋਹਰ ਹੈ, ਦੇਖ ਤੇ ਨੁਸਰਤ ਵਿੱਚ ਜ਼ਿਆਫਤ ਗੁਰੂ ਗੋਬਿੰਦ ਸਿੰਘ। ਠੀਕ ਹੈ ਜੀ। ਇਹ ਲਿਖਿਆ ਹੈ ਇੱਕ ਓंकार जी की फतेह, श्री वाहिगुरु जी की प्यारे, श्री वाहिगुरु जी के सवारे, श्री वाहिगुरु जी के मन्ने, शुभ जन्म धन धन्य परोपकारी, सन्मुख दरबारी, उजले दीदार, गुरबानी हितकारी, जिन्ना मिलिया श्री वाहिगुरु चित आवे जी। लिखतम श्री केसगढ़ दरबार तख्ते सर्व सुख आनंद सर्वत चौकी ने वाहिगुरु जी की फतेह बुलाई वाचनी जी। ਇੱਥੇ ਸੁੱਖ ਹੈ ਸਰਬ ਸਤਿਗੁਰੂ ਜੀ ਤੁਸਾਨੂੰ ਰਾਜੀ ਰੱਖੇ ਜੀ। ਸਰਬਵਾਸੀ ਕੰਤ ਨਗਰ ਸੰਗਤ ਜੀ। ये गुरु गोबिंद सिंह महाराज का ओरिजिनल फोटो है। ਗੁਰੂ ਗ੍ਰੰਥ ਸਾਹਿਬ ਵਿੱਚ ਮਿਲਿਆ ਸੀ। ਅੱਛਾ ये पटने साहब स्थित रहता है। हाँ जी। हाँ जी वाहिगुरू जी अगे पढ़ो, आप जी अगे पढ़ो। तुसानु राजी रखे जी। ਸਰਬਵਾਸੀ ਕੰਤ ਨਗਰ ਜੀ ਸੰਗਤ ਜੀ। भवानीपुर गंगा प्रसाद जिला पूर्णिया सर्वत खालसा जी वासी हजूर खुशी होई। चारे चौके हजूर करते रहना, गुरु का दरबार बनावना, सुखों की तल करते रहना, गुरु जी राजी रखे जी। कीर्तन में बरकत करेगा आगे जी। गुरु जी हजूर में लिखा, खुशी हजूर की निहाल होए। मंगल सिंह हजूर में आया, सर्वत संगत पर खुशी हुई। अच्छा, मंगल सिंह का नाम है। ये उतो महाराज ने लिखा है। अच्छा जी। ਤੇ ਇੱਥੋਂ ਲੈ ਕੇ ਜਿਹੜੇ ਗਏ ਨੇ 80 ਤੋਲਾ ਸੋਨਾ। और ਉਹ ਉਠੋ ਕਹਾਂ ਪਰ ਹੈ? ਹਾਂ ਦੇ ਦੇ ਇਹ ਤਸਵੀਰ ਗੁਰੂ ਗੋਬਿੰਦ ਸਿੰਘ ਜੀ ਦੀ ਹੈ ਜੀ। हाँ जी ਅੱਛਾ ਜੀ, ओरिजिनल ओरिजिनल तस्वीर। ओरिजिनल तस्वीर है। ये कान में कुंडल हैगा। अच्छा, हाँ ਇਹ सोने ਦੀ ਉਹ ਹੈ। हाँ 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 सोना दे। सोना। ते ये अच्छा। है जी गुरु गोबिंद सिंह महाराज का, ये आपका माछीवाड़ साहब का। अच्छा। सिख सिखने दस्तखत गुरु गोबिंद सिंह जी महाराज का। ये जरा हुक्मनामा हाँ हाँ है ना कि हुक्म कीते ने ਤੇ ਲਿਖਿਆ ਸੀ ਇਹ ਮਹਾਰਾਜ ਦੇ ਦਸਤਖਤ ਨੇ। ਇਹ ਮਹਾਰਾਜ ਦੇ ਤੇ ਲਿਖਿਆ ਹੈ ਸਿੱਖ ਸਿੱਖੀ ਇੱਕ ਓंकार सतगुरु श्री गुरु जी की आज्ञा है सर्वत संगत माछियानी की गुरु की खुशी है। गुरु गुरु जपना जन्म सवारेगा, सर्वत संगत में मेरा हुक्म है। 80 तोले सोना फरमाए गुरु, इस करके हुंडी कराए भेजनी। सर्वत खालसे में मेरा हुक्म है, हथियार बन के हजूर आना। ये को आवन उसके मनोरथ पूरे होंगे। मेरी खुशी है मसंद भदनी नहीं मेलना, और जो आवे सो मेल लेना। द्वेर के सलाह नहीं करनी, प्यार करना, रिजक मिलेगा। भाई टहल सिंह मदीर जोग मेरा खालसा मनेगा। माया मोहर छल्ला जो देवेगा सो निहाल होवेगा। संवत 1758 मिति तक। इसमें देखिए वो जो हम दरबार साहब से भी निकल गजट उसमें ਇਹਦੇ ਵਾਹਿਗੁਰੂ ਜੀ ਨਾਲ ਉਤਾਰੇ ਕੀਤੇ ਹੋਏ ਆ, ਆਮ ਪੜਨ ਵਾਸਤੇ ਵੀ ਸਿੰਪਲ ਕੋਈ ਪੜ ਸਕੇ ਸਿੱਧਾ। हाँ लिखा हुआ है कि ਇਹ ਪਿੱਛੇ ਇਹਨਾਂ ਦੇ ਪਿੱਛੇ ਸ਼ਾਇਦ ਉਹੀ ਹੈ। ਹਾਂਜੀ, ਇਹਦੀ ਫੋਟੋ। ਸੋ ਸੰਗਤ ਜੀ, ਅਸੀਂ ਆਪ ਜੀ ਨੂੰ ਇਹਦੀ ਫੋਟੋਆਂ ਜਿਹੜੀਆਂ ਨੇ ਉਹ ਇਹਦੇ ਨਾਲ ਅਸੀਂ ਤੁਹਾਡੇ ਤੱਕ ਪਹੁੰਚਾ ਦੇਵਾਂਗੇ। ਤੇ ਇਹ ਹੁਕਮਨਾਮਾ ਤੇ ਪਲੱਸ ਉਹਦੀ ਫੋਟੋ ਪਿੱਛੇ ਅਸੀਂ ਸਾਡੇ ਤੇ ਫੇਸਬੁੱਕ ਪੇਜ ਤੇ ਪਾ ਦੇਵਾਂਗੇ, ਜਿਹੜੇ ਵੀਰ ਪੜ੍ਹਨਾ ਚਾਹੁੰਦੇ ਨੇ। ਤੇ ये है दरबार साहब का ये गजट निकला है मिट्टी को। ਇਹ ਗਜਟ ਨਿਕਲਿਆ ਸੀ ਦਰਬਾਰ ਸਾਹਿਬ ਦਾ। ਗੁਰੂ ਗੋਬਿੰਦ ਸਿੰਘ ਨੇ ਨੰਦੇੜ ਸਥਾਨ ਤੇ ਜੋਤੀ ਜੋਤ ਸਮਾਉਣ ਤੋਂ ਪਹਿਲਾਂ ਗੁਰੂ ਗ੍ਰੰਥ ਸਾਹਿਬ ਨੂੰ ਸਜੀਵੀ ਗੁਰੂ ਸਥਾਪਿਤ ਕਰਕੇ ਮਨੁੱਖੀ ਗੁਰੂ ਦੀ ਪਰੰਪਰਾ ਨੂੰ ਖਤਮ ਕਰ ਦਿੱਤਾ ਸੀ। ਇਸ ਇਤਿਹਾਸਕ ਘਟਨਾ ਦਾ ਜ਼ਿਕਰ ਹੇਠ ਲਿਖੇ ਪੰਜਾਬੀ ਬ੍ਰਿਜ ਤੇ ਫਾਰਸੀ ਸਰੋਤਾਂ ਵਿੱਚ ਵਿਸਥਾਰ ਨਾਲ ਮਿਲਦਾ ਹੈ। ਭਾਈ ਮੰਗਲ ਸਿੰਘ ਜੀ ਗੁਰੂ ਗੋਬਿੰਦ ਸਿੰਘ ਦਾ ਸਮਕਾਲੀ ਤੇ ਅਨਿੰਨ ਸੇਵਕ ਸੀ। हाँ 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 ਠੀਕ ਹੈ ਜੀ। ਆਖਰੀ 20 ਦਿਨਾਂ ਦਾ ਸਫ਼ਰ ਰੋਜ਼ ਨਾਮਚੇ ਦੇ ਤੌਰ ਤੇ ਲਿਖਿਆ। ਗੁਰੂ ਸਾਹਿਬ ਜੀ ਦੇ ਜੋਤੀ ਜੋਤ ਸਮਾਉਣ ਤੋਂ ਬਾਅਦ ਉਹ ਲక్ష్ਮੀਪੁਰ ਬਿਹਾਰ ਲੈ ਆਇਆ। ਕਵੀ ਸੈਨਾਪਤੀ ਸ੍ਰੀ ਗੁਰੂ ਸੋਭਾ ਤੇ ਉਹ ਸਰਦਾਰ ਮੰਗਲ ਸਿੰਘ ਜੀ ਇਸੇ ਪਿੰਡ ਦਾ ਰਹਿਣ ਵਾਲਾ ਸੀ, ਜਿਹੜੇ ਪਿੰਡ ਦੇ ਵਿੱਚ ਅੱਜ ਸਾਡੀ ਟੀਮ ਪਹੁੰਚੀ ਹੋਈ ਹੈ। ਤੇ ਉਹ ਹੁਕਮਨਾਮੇ ਉਸ ਸਮੇਂ ਦੇ ਆਪ ਜੀ ਦਰਸ਼ਨ ਕਰ ਰਹੇ ਹੋ ਜੀ। हाँ जी, ये जरा हुक्मनामा है। दरबार साहब अमृतसर जिथे थे गुरुद्वारा साहब कायम हुआ ना। अच्छा जी। मेरा पत्थर नहीं है ये ਇਹ ਆਉਣ ਵਾਸਤੇ ਸੱਦਿਆ ਸੀ ਸੰਗਤ ਨੂੰ ਉੱਥੇ। ये बात नहीं है।
ਇਹ ਜਦੋਂ ਨਨਕਾਣਾ ਸਾਹਿਬ ਕਾਂਡ ਹੋਇਆ ਨਾ, ਉਸ ਤੋਂ ਬਾਅਦ ਸਿੰਘ ਸਭਾ ਕਾਇਮ ਹੋਏ ਨਾ। तो ਸਿੰਘ ਸਭਾ ਜਦੋਂ ਕਾਇਮ ਹੋਏ ਉਸ ਵੇਲੇ ਸਾਡੇ ਪਿੰਡ ਦੇ ਬੰਦੇ ਉੱਥੇ ਸੀ। ਅੱਛਾ ਉਸ ਜੀ। ਮੀਟਿੰਗ 'ਚ ਸੀ। ਵਾਹ ਜੀ ਵਾਹ। ਸਿੰਘ ਸਭਾ ਅਕਾਲੀ ਲਹਿਰ ਜਦੋਂ ਚੱਲੀ, ਜਦੋਂ ਸ਼੍ਰੋਮਣੀ ਗੁਰਦੁਆਰਾ ਕਾਇਮ ਹੋਏ ਨਾ, ਉਸ ਵੇਲੇ ਸਾਡੇ ਬਜ਼ੁਰਗ ਉਸ ਮੀਟਿੰਗ 'ਚ ਸੀ। ਉੱਥੋਂ ਫਿਰ ਵਧਾਈ ਪੱਤਰ ਮਿਲੇ ਨੇ ਅੱਛਾ ਜੀ। ਕਿ ਤੁਸੀਂ ਫਿਰ ਕੋਸ਼ਿਸ਼ ਕਰੋ ਆਉਣ ਦਾ। ਵਾਹਿਗੁਰੂ। ਤੇ ਇਹ ਲਿਖਿਆ ਹੈ ਕਿ ਓंकार ਵਾਹਿਗੁਰੂ जी की फतेह। दरबारन में तेरो दरबार, सचखंड बसे निरंकार, लक्ष्मी जाके खरी द्वार। ऐसे सचखंड बैकुंठ धाम श्री गुरु रामदास साहब जी की दरबार श्री अमृतसर जी हरिमंदर ते लक्ष्मीपुर निवासी संगत खालसा जो हुक्म सदगुरु का, जो गुरु नानक जी सुनिया पेख्या सुर गुर बास सो फिर घर बास न पड़िया रे। तुसा महावारी सिंह सभा बनाई। ਅੱਛਾ ਜੀ। ਉਦੋਂ ਸਿੰਘ ਸਭਾ ਬਣਿਆ। ਉਦੋਂ ਅਕਾਲੀ ਪ੍ਰਬੰਧਕ ਕਮੇਟੀ ਸ਼੍ਰੋਮਣੀ ਗੁਰਦੁਆਰਾ ਕਾਇਮ ਹੋਇਆ। ਉਸ ਵੇਲੇ ਗੁਰਦੁਆਰਾ ਮਨ ਦੇ ਕਬਜ਼ੇ 'ਚ ਸੀ। ਫਿਰ ਅਕਾਲੀ ਲਹਿਰ ਚਲੀ, ਗੁਰਦੁਆਰਾ ਸੁਧਾਰ ਚੱਲਿਆ। ਉਦੋਂ ਪ੍ਰਬੰਧਕ ਕਮੇਟੀ ਨਹੀਂ ਸੀ। ਜਦੋਂ ਇਹ ਸਿੰਘ ਸਭਾ ਕਾਇਮ ਹੋਈ, ਫਿਰ ਅਕਾਲੀ ਨੇ ਬੜੇ ਬੜੇ ਗੁਰਦੁਆਰੇ ਜਿਹੜੇ ਆਜ਼ਾਦ ਕਰਾਏ। तो लिखा है ਸਿੰਘ ਸਭਾ बनाए, बहुत शुभ कार्य किया। मेरे माधो जी सत्संगत मिले सोतरिया और कोशिश करके श्री अमृतसर जी सतगुरु दर्शन ਨੂੰ ਜ਼ਰੂਰ ਆਉਣਾ। ਚਰਨ ਸ਼ਰਨ ਗੁਰੂ ਇੱਕ ਪੈਦਾ ਆਇ ਚੱਲ, ਸਤਿਗੁਰੂ ਕੋਟ ਪੈਦਾ ਅੱਗੇ ਹੋਏ ਲੇਤ ਹੈ। ਗੁਰੂ ਕੀ ਸੰਗਤ ਨਿਹਾਲ, ਸੰਬਤ ਨਾਨਕ ਸਾਈ 420। 420 ਤੇ ਉਸੇ ਅਕਾਲੀ ਲਹਿਰ ਜਦੋਂ ਚੱਲੀ ਸੀ ਨਾ, ਉਸ ਵੇਲੇ ਦਾ ਇਹ ਸਾਡੇ ਬਜ਼ੁਰਗ ਉਸ ਮੀਟਿੰਗ 'ਚ ਸੀ। 420 ਕਿੰਨੇ ਸਾਲ ਹੋ ਗਏ ਹੁਣ? ਹੁਣ 451ਵਾਂ ਚੱਲ ਰਿਹਾ ਜੀ। 400 ਨਾ 552 552 ਚੱਲ ਰਿਹਾ। 131 साल हो गए ये हुक्म इस हुक्मनामे साहब का। ਹੁਕਮਨਾਮਾ हाँ जी। 100 ਸਾਲ ਇਹ ਤੋਂ ਤਖਤ ਪਟਨਾ ਸਾਹਿਬ ਨੂੰ ਸੰਗਤ ਤੋਂ ਬਚਾਓ। ਵਾਹ ਜੀ ਵਾਹ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਲਾਹੌਰ ਐਲਾਨ ਨੰਬਰ 20। ਚੂੰਕਿ ਮਨ ਮੁਕੰਦ ਸਿੰਘ ਜੀ ਚੜ੍ਹਾਈ ਕਰ ਗਏ ਹਨ ਅਤੇ ਤਖਤ ਪਟਨਾ ਸਾਹਿਬ ਦੀ ਮੰਨਤੀ ਲਈ ਬਾਬਾ ਇੰਦਰ ਸਿੰਘ ਜੀ ਵੱਲੋਂ ਹਾਈ ਕੋਰਟ ਪਟਨਾ ਵਿੱਚ ਅਪੀਲ ਦਾਇਰ ਹੈ। ਗੁਰਦੁਆਰੇ ਦਾ ਪ੍ਰਬੰਧ ਲੋਕਲ ਬਹੁਤ ਵੱਡਾ ਚੀਜ਼ ਹੈ ਜੀ, ਦੇ ਹੱਥ ਸਮਝਣ ਦੀ ਵਿੱਚ ਲੋੜ ਹੈ। ਪਰੰਤੂ ਤਖਤ ਸਾਹਿਬ ਦੀ ਆਮਦਨੀ ਜ਼ਮੀਨ ਮਸਲਾ ਰਿਆਸਤਾਂ ਦੇ ਸਰਜਾਨੇ ਤੇ ਕਿਰਾਇਆ ਮਕਾਨ ਤੇ ਰੁਕ ਗਈ ਹੈ। ਖਰਚ 400-500 ਰੁਪਈਆ ਮਹੀਨੇ ਦਾ ਹੋ ਰਿਹਾ ਹੈ, ਜੋ ਕਿ ਪੁਜਾਰੀਆਂ ਦੀ ਤਨਖਾਹ, 2 ਵੇਲੇ 50 ਮਨੁੱਖਾਂ ਦਾ ਲੰਗਰ, ਕੜਾ ਪ੍ਰਸਾਦ, ਰੋਸ਼ਨੀ, ਮੁਰੰਮਤ, ਮਕਾਨਾਂ ਤੇ ਗੁਰਪੁਰਬ ਆਦਿ ਦਾ ਬਕਾਇਦਾ ਹੋ ਰਿਹਾ ਹੈ। ਇਸ ਲਈ ਸਭ ਸਿੱਖ ਸਭਾਵਾਂ, ਖਾਲਸਾ ਦੀਵਾਨਾ, ਅਕਾਲੀ ਜਥਾ ਸ੍ਰੀ ਗੁਰੂ ਕਲਗੀਧਰ ਸੱਚੇ ਪਾਤਸ਼ਾਹ ਜੀ ਦੇ ਪ੍ਰੇਮੀਆਂ ਦੀ ਸੇਵਾ ਵਿੱਚ ਬੇਨਤੀ ਹੈ ਕਿ ਉਹ ਆਪਣੇ ਨਗਰਾਂ ਵਿੱਚ ਉਚੇਚਾ ਦੀਵਾਨ ਕਰਾ ਕੇ ਤਖਤ ਪਟਨਾ ਸਾਹਿਬ ਜੀ ਦੇ ਲੰਗਰ ਲਈ ਦਾਣੇ, ਆਟਾ, ਘੀ, ਦਾਲ, ਬਰਤਨ, ਪਿੱਤਲ ਦੀਆਂ ਪਰਾਤਾਂ, ਥਾਲੀਆਂ ਤੇ ਗਿਲਾਸ, ਸਫਾ ਦਰੀਆਂ, ਚਾਦਰਾਂ श्रोमणी कमेटी लाहौर से उदो माया इकहत्तर के बहुत छेती सिकत्तर सिंह प्रचारक सभा पटना पटने ਦਾ ਕੀ ਹਾਲ ਸੀ ਉਹ भेज दे ਸਾਹਮਣੇ ਦਾ ਉਹ जहाँ गुरुद्वारा प्रबंधक कमेटी कलकत्ता अथवा श्रोमणी गुरुद्वारा प्रबंधक कमेटी लाहौर ਨੂੰ ਪਹੁੰਚਾ ਦੇ। ਤਖਤ ਸਾਹਿਬ ਨੂੰ ਇਸ ਵੇਲੇ ਸੰਕਟ ਤੋਂ ਬਚਾਉਣਾ ਸਿੰਘ ਮਾਤਰ ਦਾ ਪਵਿੱਤਰ ਫਰਜ਼ ਹੈ। ਦਾਸ ਸਿਕੱਤਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਲਾਹੌਰ 30 30 ਲਾਹੌਰ ਦੀ ਕਮੇਟੀ ਤੇ। हाँ जी। उदो पटने साहब है ना। अच्छा मानता ਦਾ ਬਹੁਤ ਇਹ ਹੈ ਇਹ ਕੀ ਚੀਜ਼ ਹੈ? ਇਹ ਉਹ ਚੀਜ਼ ਹੈ ਕਿ ਸਾਡੇ ਇਲਾਕੇ 'ਚ ਜਿਹੜੇ ਪੰਡਤ ਸੀ ਨਾ, ਬ੍ਰਾਹਮਣ, ਉਹ ਕਹਿੰਦੇ ਨੇ ਇਹ ਮੁਸਲਮਾਨ ਨੇ। ਤੁਹਾਨੂੰ ਹਾਂ, ਅੱਛਾ ਜਿਹੜਾ ਭੇਸਭੂਸਾ ਮੁਸਲਮਾਨ ਹੁੰਦੇ ਨਾ, ਤੇ ਉਸ ਵੇਲੇ ਜਿਹੜੇ ਜਿਨ੍ਹਾਂ ਦੇ ਪਾਸ 1 ਲੱਖ ਰੁਪਈਆ ਹੋ ਜਾਵੇ, ਉਹ ਫਿਰ ਘੜੇ 'ਚ ਪਾ ਕੇ ਦੀਵਾ ਜਲਾਉਂਦੇ ਸਨ। ਉਸ ਤੋਂ ਬਾਅਦ ਜ਼ਿਆਦਾ ਜਿਨ੍ਹਾਂ ਦੇ ਪਾਸ ਹੋ ਜਾਵੇ, ਉਹ ਫਿਰ ਪੋਖਰ ਖਣਵਾਉਂਦੇ ਸਨ, ਸਰੋਵਰ, ਕੂਆ, ਆਪਣਾ ਤਲਾਬ। ਹਾਂ। ਤੇ ਸਾਡੇ ਪਿੰਡਾਂ ਦੇ ਬਾਊ ਗੋਕੁਲ ਸਿੰਘ ਹੋਏ ਸਨ, ਜਿਨ੍ਹਾਂ ਦੇ ਪਾਸ 80 ਏਕੜ ਜ਼ਮੀਨ ਸੀ। ਇੱਥੋਂ ਤੋਂ ਲੈ ਕੇ ਪੂਰਨੀਆ ਤੱਕ ਉਹਨਾਂ ਦਾ ਆਪਣੀ 10,000 ਏਕੜ ਸੀ। 10,000 ਏਕੜ ਜ਼ਮੀਨ ਸੀ, ਆਪਣੇ ਜ਼ਮੀਨ ਤੇ ਚੱਲਦੇ ਸਨ। तो उन्होंने फिर पोखर खुनवाए। तो लोकल पंडितां के पास गए कि चलो भाई तो उद्घाटन करने वास्ते। पंडितां ने कहा नहीं, तुम मुसलमान हो, अच्छा असं थोड़ा पूजा पाठ नहीं करना।
ਤੇ ਫਿਰ ਇੱਥੋਂ ਉਸ ਵੇਲੇ ਪੰਚਾਇਤ ਬੈਠੀ। पंचायत ने फिर गए महाराजा दरभंगा के पास। ਅੱਛਾ ਜੀ। अस्सी लोग जिन्ने भी हैं सारे महाराजा दरभंगा दे ਰਿਆਸਤ ਉਹਦਾ रियासत ਉਹਨਾਂ ਦਾ ਸੀ। ਉਹਨਾਂ ਦੇ ਅੰਦਰ ਸੀ ਜਿੰਨੀ ਰਿਆਸਤ ਹੈ ਨਾ ਇਹ। ਮਹਾਰਾਜਾ ਦਰਭੰਗਾ ਨੇ ਹਾਂਜੀ ਇਹ ਪੁਰਨੀਏ ਤੋਂ ਲੈ ਕੇ ਸਾਰੇ ਉਹਨਾਂ ਦੀ ਰਿਆਸਤ ਸੀ। ਇੱਕ ਹੋਰ- ਮੁੰਗੇਰ ਇੱਕ ਮੈਂ ਹੋਰ ਇਤਿਹਾਸ ਪਿੱਛੇ ਅਸੀਂ ਗਏ ਸੀਗੇ ਆਪਣਾ ਭਾਗਲਪੁਰ ਦੇ। ਹਾਂਜੀ 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 ਭਾਗਲਪੁਰ ਨੂੰ 15000 ਏਕੜ ਜ਼ਮੀਨ ਦਿੱਤਾ ਸੀਗਾ ਹਾਂਜੀ, ਜੀ। ਦਰਭੰਗਾ ਦੇ ਰਾਜੇ ਹਾਂਜੀ, ਨੇ। ਜ਼ਰੂਰ ਉਹ ਦਿੱਤਾ। 15000 ਏਕੜ ਅੱਜ ਹੈ ਨਹੀਂ ਹੈ, ਨਹੀਂ ਨਹੀਂ ਇੱਕ ਛੋਟੀ ਜਿਹੀ ਜਗ੍ਹਾ ਬਚੀ ਹੈ। ਬਚੀ ਹੈ। ਯਾਨੀ ਕਿ 15000 ਏਕੜ ਦਰਭੰਗਾ ਰਾਜੇ ਨੇ ਉੱਥੇ ਦੇ ਦਿੱਤੀ ਹਾਂਜੀ ਸੀ। ਹਾਂਜੀ ਹਾਂਜੀ ਤੇ ਇਹ ਗੱਲ ਉਹਦੇ ਸਹੀ ਇੱਕ ਹੈ। ਲੜਕਾ ਵੀ ਹੋਇਆ ਸੀ ਉਹਦੇ। ਹਾਂਜੀ 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 ਬਲਕਿ ਔਲਾਦ ਇਹ ਨਹੀਂ ਤਾਂ ਸੀ। ਬਿਲਕੁਲ ਸਹੀ ਹੈ ਜੀ। ਸਹੀ ਹੈ ਨਾ ਜੀ। ਹਾਂਜੀ ਤੇ ਇਹ ਜਦੋਂ ਗਏ ਤੇ ਉਹਨਾਂ ਨੇ ਜਵਾਬ ਦੇ ਦਿੱਤਾ। ਫਿਰ ਸਾਰੇ ਪੰਚਾयत बैठे थे, 5 बंदे गए फिर महाराजा दरभंगा के पास। तो महाराजा दरभंगा के पास एक रिटायर्ड सरदार जज सी मिलिट्री मल सिंह नाम ਸੀ ਉਹਦਾ, ਉਹਦੇ ਪਾਸ ਗਏ। ਸਿੱਖ ਸਨ ਉਹਦੇ ਕੋਲ ਮਤਲਬ ਉਹਦੇ ਪਾਸ ਗਏ ਤੇ ਉਸਨੇ ਫਿਰ ਮਹਾਰਾਜਾ ਸਮਝਾਇਆ ਉਹਨਾਂ ਦਰਭੰਗਾ ਦੇ ਨਾਲ ਮੇਲ ਮਿਲਾਪ ਕਰਵਾਏ। तो महाराजा दरभंगा ਕਹਿੰਦੇ ਨੇ ਕਿ ਤੁਹਾਨੂੰ ਸਾਡੇ ਜਿਹੜੇ ਰੋਹ ਰੀਤੀ ਨੇ ਉਹ ਤੁਹਾਨੂੰ ਮੰਨਣਾ ਪਏਗਾ, ਅੱਛਾ। ਤਾਂ ਫਿਰ ਅਸੀਂ ਤੋਂ ਸਭ ਕੁਝ ਦੇਵਾਂਗਾ। ਉਦੋਂ ਫਿਰ ਐਗਰੀਮੈਂਟ ਲਿਖਿਆ ਹੋਇਆ ਕਿ ਇੱਥੋਂ ਜਿਹੜੇ ਪੰਡਤ ਜਾਣਗੇ ਉਹਨਾਂ ਦਾ ਕੀ ਤੁਸੀਂ ਦਛਣਾ ਦਿਓਗੇ, ਮਰਨੇ ਤੇ ਕਿੰਨਾ ਦਿਓਗੇ, ਜੰਪਿਆਰ ਕਿੰਨਾ ਦਿਓਗੇ, ਇਹ ਸਾਰਾ ਅਕਰਾਰਨਾਮਾ ਲਿਖ ਕੇ ਉਤੋਂ ਫਿਰ ਪੰਡਤ ਆਇਆ। ਅੱਛਾ। ਫਿਰ ਉਸ ਜਗ ਕਰਵਾਇਆ। हाँ यही है की बात ये एग्रीमेंट ने ठीक है। जिसमें वो पंडित का दस्तखत होगा। पंडित का दस्तखत है। सारे पंडितों ने दस्तखत करवाए थे। अच्छा पूरे दक्षिणा भेटा जो है ना अंकित होगा। ਸੁਲੋਨਾਮਾ ਇੱਕ ਤਰ੍ਹਾਂ ਦਾ ਹੈ। ਸੁਲੋਨਾਮਾ ਨਹੀਂ ਉਹ ਚਾਹੁੰਦੇ ਨਹੀਂ ਸੀ ਸਿੱਖਾਂ ਨੂੰ। ਨਹੀਂ ਉਹਨਾਂ ਨੂੰ ਭੁਲੇਖਾ ਪੈ ਗਿਆ ਸੀ ਨਾ। ਅੱਛਾ ਅੱਛਾ। ਕਿ ਜਦੋਂ ਮਤਲਬ ਅਸੀਂ ਪਠਾਣਾ ਵਰਗਾ ਤੋਂ ਉਹ ਲੱਗਦੇ ਨਾ ਜਦੋਂ ਦਾਲਾਂ ਤੋਂ ਪਾਣੀ ਤੋਂ ਤੇ ਪਹਿਲਾਂ ਤਾਂ ਪਠਾਨ ਉਹ ਜਿਹਾ ਹੁੰਦਾ ਸੀ। हाँ हाँ ਉਹਨਾਂ ਨੂੰ ਲੱਗਦਾ ਸੀ ਕਿ ਇਹ ਲੋਕ ਹੈ ਨਾ ਮੁਸਲਮਾਨ ਤੋਂ ਨਹੀਂ ਹੈ ਕहीं, ਮਤਲਬ ਉਹਨਾਂ ਨੇ ਭੁਲੇਖਾ ਪਾਤਾ ਹੋਇਆ ਸੀ। ਇਹਨਾਂ ਨੇ ਮਤਲਬ ਇਹ ਉਹ ਤੋਂ ਆਪਣਾ ਹਿਸਾਬ ਕਿਤਾਬ ਉਹਨਾਂ ਦਾ ਜੋੜ ਚੱਲਦਾ ਸੀ ਪੰਡਤਾਂ ਦਾ ਪਹਿਲਾਂ। ਉਹਨਾਂ ਨੇ ਭੁਲੇਖਾ ਪਾ ਕੇ ਤੰਗ ਕਰਦੇ ਸੀ। ਉਹਦੇ ਕਰਕੇ ਅਸੀਂ ਜੇ ਇੱਥੇ ਦਾ ਅਸੀਂ ਮੇਨ ਆਪਣਾ ਦਰਭੰਗਾ ਰਾਜਾ ਉਹਦੇ ਕੋਲ ਜਾ ਕੇ ਫਰਿਆਦ ਕਰਕੇ ਉਹਨਾਂ ਨੂੰ ਮਤਲਬ ਆਪਣੇ ਵਿਸ਼ਵਾਸ ਲੈ ਕੇ ਉੱਥੇ ਵੀ ਇੱਕ ਦੋਸਤੀ ਰਹਿੰਦਾ ਸੀ। ਉਹ ਵੀ ਉਹਨਾਂ ਨੂੰ ਦੱਸਿਆ ਕਿ ਕਿਸ ਤਰ੍ਹਾਂ ਦਾ ਸਿੱਖ ਦਾ ਰੂਲ ਹੈ ਕੀ ਹੈ ਨਹੀਂ ਹੈ। ਫਿਰ ਇੱਕ ਥੋੜਾ ਜਿਹਾ ਉਹਨਾਂ ਨੇ ਆਪਣਾ ਨਾ ਇੱਕ ਦੇਰ ਦਾ ਸਮਝੌਤਾ ਕਰਕੇ ਉਹਨਾਂ ਦਾ ਵੀ ਦੋਵਾਂ ਦਾ ਕੰਮ ਚੱਲ ਜਾਵੇ। ਉਹਨਾਂ ਦਾ ਬ੍ਰਾਹਮਣ ਦਾ ਜਿਹੜਾ ਰੀਤੀ ਹੈ ਨਾ ਉਹ ਵੀ ਥੋੜਾ ਬਹੁਤ ਸਾਡੇ ਚ ਪਾ ਦਿੱਤਾ। ਸਮਾਂ ਜਦੋਂ ਆਇਆ ਫਿਰ ਸਮਾਂ ਆਇਆ ਤਾਂ ਧੀਰੇ ਧੀਰੇ ਖਤਮ ਹੋ ਗਿਆ ਉਹ ਚੀਜ਼। ਬ੍ਰਹਮਣ ਦਾ ਸੁਕਾਰ ਪੇਕ ਵਾਲਾ ਮਤ ਕੱਟ ਸਾਰਾ ਕੰਮ ਬ੍ਰਹਮਣ ਦਾ ਹੁੰਦਾ। ਚਲੋ ਯਾਰ ਵੀ ਉਹਨਾਂ ਬ੍ਰਹਮਤ एक पेटी रहो ਬ੍ਰਾਹਮਣਾਂ ਨੇ ਆਪਣਾ ਜੋੜ ਲਾਇਆ ਸੀ ਆਪਣਾ ਬ੍ਰਾਹਮਣ ਮਤ ਪਾਉਣ ਵਾਲਾ। ਸਾਡੇ ਇੱਥੇ ਦਾ ਉਹ ਰਿਵਾਜ ਹੈ ਕਿ ਪੁਰਾਤਨ ਤੋਂ ਅੰਮ੍ਰਿਤ ਛਕਿਆ ਬਗੈਰ ਸਾਡੀ ਨਹੀਂ ਹੋਣਾ। ਅੱਛਾ ਜੀ। ਤੇ ਅਗਰ ਕੋਈ ਦਾੜੀ ਵਗੈਰਾ ਕੱਟ ਦਿੰਦਾ ਹੈ? ਨਹੀਂ ਇੱਥੇ ਨਹੀਂ ਕੱਟਦਾ ਕੋਈ। ਨਹੀਂ ਅਗਰ ਜਿਵੇਂ ਪੰਜਾਬ ਦੇ ਹਾਲਾਤ ਬੁਰੇ ਹੋਏ ਹੋਏ ਨੇ। ਇੱਥੇ ਪਹਿਲਾਂ ਸੀ ਕਿ ਜਿੰਨਾ ਵੀ ਸਿੱਖ ਦਾ ਵਿਆਹ ਹੋਏਗਾ ਬਿਨਾਂ ਅੰਮ੍ਰਿਤ ਪਾਨ ਹੋਇਆ ਨਹੀਂ ਹੋਏਗਾ। ਬਕਾਇਦਾ ਰਿਕਾਰਡ ਹੈ ਤੁਹਾਡੇ, ਤੁਸੀਂ ਰਿਕਾਰਡ ਦੇਖ ਲਓ। 250 ਸਾਲ ਦਾ ਇੱਥੇ ਰਿਕਾਰਡ ਪਏ ਨੇ ਅੰਮ੍ਰਿਤ ਦਾ। ਕੋਈ ਉਹ ਜਿਹਾ ਬੰਦਾ ਕੁਝ ਕਰ ਲਵੇ ਗਲਤ ਕੰਮ ਮਤਲਬ ਕਿਸੇ ਦਾ, ਉਹਨਾਂ ਵਾਸਤੇ ਵੀ ਤਨਖਾਹ ਹੁੰਦਾ ਸੀ ਇੱਥੇ। ਆਪਣੇ ਸਰਦਾਰ ਦੇ ਪੰਜ ਲੱਗੇ ਭਾਵੇਂ ਕਿੰਨਾ ਵੱਡਾ ਲੋਕੀ ਹੋਵੇ ਉਹਨਾਂ ਦਾ ਇੱਥੇ ਤਨਖਾਹ ਹੁੰਦਾ ਸੀ। ਉਹਨਾਂ ਨੂੰ ਜੁਰਮਾਨਾ ਲੱਗਦਾ ਸੀ ਭਾਵੇਂ ਉਹ ਬਹੁਤ ਵੱਡਾ ਜ਼ਿੰਮੇਦਾਰ ਕਿਉਂ ਨਹੀਂ ਹੋਵੇ। ਉਹਨਾਂ ਨੇ ਫਿਰ ਗੁਰਦੁਆਰੇ ਜ਼ਮੀਨ ਵੀ ਦਿੱਤਾ ਫਿਰ ਮਤਲਬ ਤਨਖਾਹ ਦੇ ਰੂਪ 'ਚ। ਇਹ ਇਤਿਹਾਸ ਹੈ ਇੱਥੇ ਦਾ ਕਿਉਂਕਿ ਬਹੁਤ ਹੀ ਬਿਲਕੁਲ ਕਾਇਮ ਸਿੱਖਾਂ 'ਚ ਕੋਈ ਇਹੋ ਜਿਹਾ ਕੰਮ ਨਹੀਂ। ਖੇਣੀ ਪੀਰੀ ਦਾ ਤਾਂ ਤੁਸੀਂ ਨਾਮ ਹੀ ਛੱਡੋ, ਇੱਥੇ ਕੋਈ ਹੱਥ 'ਚ ਲੈ ਕੇ ਨਹੀਂ ਆ ਸਕਦਾ, ਕੋਈ ਲੈ ਕੇ ਨਹੀਂ ਆ ਸਕਦਾ। ਇਹ ਵੀ ਇਤਿਹਾਸ ਹੈ ਕਿ ਸਾਰੇ ਪਿੰਡ ਤੇ ਉਸ ਵੇਲੇ ਗੱਡੀ ਦਾ ਮਾਲਕ ਹੁੰਦੇ ਨੇ ਨਾ, ਉਸ ਵੇਲੇ ਬੇੜੀ ਦਾ ਮਾਲਕ ਹੁੰਦੇ ਸਨ। ਤੇ ਬੇੜੀ ਤੇ ਜਿਹੜੇ ਮੱਲਾ ਸੀ ਨਾ ਉਹ ਤੰਬਾਕੂ ਲੱਦ ਕੇ ਲਿਆ। ਅੱਛਾ। ਤੇ ਉਹਦਾ ਭਾੜਾ ਕਿਰਾਇਆ ਜ਼ਿਆਦਾ ਮਿਲਿਆ ਤੇ ਮਾਲਕ ਨੂੰ ਲਿਆ ਕੇ ਦਿੱਤਾ ਤੇ ਪੁੱਛਦਾ ਤੂੰ ਇਹ ਜਿਹੜਾ ਇੰਨਾ ਪੈਸਾ ਮੈਨੂੰ ਦਿੱਤਾ ਤੇ ਕੀ ਤੂੰ ਲੱਦ ਕੇ ਲਿਆ? ਕਹਿੰਦਾ ਮੈਂ ਤੰਬਾਕੂ ਲੱਦ ਕੇ ਲਿਆ। ਕਹਿੰਦਾ ਜਾ ਪੈਸੇ ਵੀ ਬੇੜੀ 'ਚ ਪਾ ਕੇ ਤੇ ਬੇੜੀ ਨੂੰ ਸਾੜ ਦੇ, ਉਸ ਬੇੜੀ ਦਾ ਮੈਨੂੰ ਕੋਈ ਲੋੜ ਨਹੀਂ, ਤੂੰ ਕਿਉਂ ਤੰਬਾਕੂ ਲੱਦਿਆ? ਇਹਨਾਂ ਪਾਵਨ ਪਵਿੱਤਰ ਉਹਨਾਂ ਦਾ ਸਿੱਖੀ ਜੇ ਇਹਨਾਂ ਪਿਆਰ ਸੀ ਨਾ। ਇਸ ਇਲਾਕੇ ਦਾ ਬਹੁਤ ਵੱਡਾ ਇਤਿਹਾਸ ਹੈ। ਇਹ 2 ਦਿਨ 'ਚ ਤੁਹਾਨੂੰ ਨਹੀਂ ਮਿਲਣਾ, ਇਹ 10 ਦਿਨ ਰਹੋਗੇ। ਬਹੁਤ ਖੋਜ ਲਵ ਰਹੇ ਥੇ। ਨਹੀਂ ਜ਼ਰੂਰ ਜੀ। ਮੈਂ ਦੇਖੋ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਕਿਉਂਕਿ ਬਹੁਤ ਡੂੰਘਾ ਵਿਚਾਰ ਹੈ, ਅਸੀਂ ਲੋਕ ਨਹੀਂ ਸਮਝ ਪਾ ਰਹੇ। ਮੈਂ ਪ੍ਰਚਾਰਕਾਂ ਨੂੰ ਬੇਨਤੀ ਕਰਨਾ ਚਾਹਾਂਗਾ, ਸਿੱਖ ਕੌਮ ਨੂੰ ਬੇਨਤੀ ਕਰਨੀ ਚਾਹਾਂਗਾ,
ਸਾਡਾ ਇਤਿਹਾਸ ਬਹੁਤ ਬਹੁਤ ਐਸਾ ਹੈ। ਪਿਆ ਜਿਹੜਾ ਸਾਨੂੰ ਖੋਜਣ ਦੀ ਲੋੜ ਹਾਂ, ਬਹੁਤ ਹੈ, ਜੀ। ਸਾਨੂੰ ਰਹਿਣ ਦੀ ਲੋੜ ਹੈ। ਹਾਂਜੀ ਹਾਂਜੀ ਹਾਂਜੀ। ਸਾਡੇ ਬਿਹਾਰ ਦੇ ਅੰਦਰ 360 ਗੁਰਦੁਆਰਾ ਨੇ। ਅੱਛਾ ਜੀ। ਹਾਂਜੀ, ਲੇਕਿਨ ਸਾਰੇ ਵਿਲੀਨ ਹੋ ਗਏ ਨੇ। ਕੁਝ ਦੋ ਦੇਖੋ ਫਤੂਆ ਵਾਲਾ ਗੁਰਦੁਆਰਾ ਹਾਂਜੀ। ਤੁਸੀਂ ਦੇਖੋ ਅੱਜ ਅੰਦਰ ਜਾ ਕੇ ਜਰਾ ਹੈਗਾ। ਅੰਦਰ ਮੈਂ ਜਾ ਕੇ ਆਇਆ। ਹਾਂਜੀ। ਉਸ ਤੋਂ ਬਾਅਦ ਬਾਹਰ ਵਾਲਾ ਬਾਹਰ ਗੁਰਦੁਆਰਾ ਵਾਲੇ ਅੰਦਰ ਦੇਖੋ। ਜੀ ਹੈ ਜੀ। ਤੇ ਫਿਰ ਮੈਂ ਬਾਰ-ਬਾਰ ਕਹਿ ਰਿਹਾ ਤੇ 2 ਗੁਰਦੁਆਰਾ ਸਾਹਿਬ ਹੈਗੇ ਨੇ ਇਸ ਟਾਈਮ ਦੇ ਵਿੱਚ ਇੱਥੇ ਜਿਹੜਾ ਬਾਰਡਰ ਲੱਗਦਾ ਨਾਲ ਝਾਰਖੰਡ ਦਾ। ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਕੇਵਲ ਝਾਰਖੰਡ ਵਿੱਚ 2 ਗੁਰਦੁਆਰਾ ਸਾਹਿਬ ਨੇ, ਉਹ ਦੋਨੋਂ ਵਿਲੀਨ ਹੋਣ ਦੇ ਕਿਨਾਰੇ ਤੇ ਨੇ, ਖਤਮ ਹੋ ਜਾਣਗੇ ਜੇ ਨਾ ਸਾਂਭੇ ਗਏ। ਸਾਹਿਬਗੰਜ ਤੇ ਰਾਜ ਮਹਿਲ। ਸਾਹਿਬਗੰਜ ਤੇ ਰਾਜ ਮਹਿਲ ਤੁਸੀਂ ਭਾਗਲਪੁਰ ਵੇਖ ਲਓ, ਭਾਗਲਪੁਰ ਜੇ ਨਦੀ ਦੇ ਕੰਢੇ 'ਚ ਹੈ, ਕਿੰਨਾ ਵੱਡਾ ਇਤਿਹਾਸ ਹੈ ਗੁਰੂ ਤੇਗ ਬਹਾਦਰ ਉਹ ਬਿਲਕੁਲ ਇੰਨਾ ਕੁ ਰਹਿ ਗਿਆ ਗੁਰਦੁਆਰਾ। ਹੁਣ ਕੀ ਹੋਏਗਾ? ਨਹੀਂ ਸਾਂਭੇਗਾ ਕੋਈ ਸਿੱਖ ਸਾਡੇ, ਤਾਂ ਫਿਰ ਕੀ ਹੋਏਗਾ ਉਹਨਾਂ ਦਾ? सिख इस करके नहीं 10 ਸਾਲ ਬਾਅਦ ਕੋਈ ਨਹੀਂ ਜਾਣਗੇ ਫਿਰ। ਨਹੀਂ ਕਾਰ ਸੇਵਾ ਵਾਲੇ ਬਾਬੇ ਕਿਉਂ ਨਹੀਂ देखो ਆ ਰਹੇ? सिंह इसलिए नहीं समझा जाता कि अंग्रेज ने चाल खेडिया। ਮਾਇਆ ਤੇ ਪਿੱਛੇ ਪਏ ਨੇ, ਸੋਨਾ ਲਾਉਣ 'ਚ ਪਏ ਨੇ। ਅੰਗਰੇਜ਼ ਨੇ ਸਿੱਖਾਂ ਨੂੰ ਕਮਜ਼ੋਰ ਕਰਨ ਵਾਸਤੇ ਜਿੰਨਾ ਵੀ ਸੰਪਤੀ ਸੀ ਸਾਰੇ ਮਾਨਤਾ ਦੇ ਨਾਤੇ ਜਮ੍ਹਾਂ ਕਰ ਦਿੱਤਾ। ਤਾਂ ਸਿੱਖਾਂ ਦੇ ਨਾਲ ਲੜਾਈ ਹੋਈ ਆ। ਔਰ ਨਨਕਾਣੇ ਸਾਹਿਬ ਕਿਉਂ ਲੜਾਈ ਹੋਈ? ਨਨਕਾਣੇ ਸਾਹਿਬ ਲੜਾਈ ਹੋਈ ਕਿ ਇੱਕ ਬੈਰਿਸਟਰ ਜਦੋਂ ਆਇਆ ਦਰਸ਼ਨ ਕਰਨ ਵਾਸਤੇ ਤੇ ਉਹਦੇ ਪਾਸ 2 ਲੜਕੀ ਸੀ, ਦੋਨੇ ਦੇ ਨਾਲ ਵੀ ਵਿਚਾਰ ਕੀਤਾ। ਬਿਲਕੁਲ ਬਿਲਕੁਲ ਬਿਲकुल। ਹੈ ਫਿਰ ਉਸਨੇ ਜਾ ਕੇ ਪੁਕਾਰ ਕਰਿਆ ਸਿੰਘਾਂ ਦੇ ਪਾਸ। ਸਿੰਘ ਦਾ 100 ਦਾ ਜੱਥਾ ਆ ਜਾਨੂੰ ਗੜਾਸੇ ਨਾਲ ਕਾਟ ਕੇ ਟੁਕੜਾ ਕਰ ਦਿੱਤਾ। ਫਿਰ ਸਿੰਘ ਲੜ ਕਾਇਮ ਹੋਈ। ਇਹ ਗੁਲੇਲਾ ਕਸਾ ਗੁਲੇਲਾ ਅੱਛਾ, ਇਹ ਕਿੱਥੇ ਦਾ? ਨਾਲੇ ਪਟਨੇ ਸਾਹਿਬ ਜਿਹੜਾ ਨਾ, ਪਟਨੇ ਸਾਹਿਬ ਜਦੋਂ ਕੁੜੀਆਂ ਦਾ ਸਫਾਈ ਹੋਇਆ ਨਾ ਤਾਂ ਉਹਦੇ 'ਚ ਇਹ ਗੁਲੇ ਨਿਕਲਿਆ। ਅੱਛਾ ਜੀ। ਹਾਂ ਜੀ, ਗੁਰੂ ਗੋਬਿੰਦ ਸਿੰਘ ਗੁਰੂ ਗੋਬਿੰਦ ਸਿੰਘ ਮਹਾਰਾਜ ਚਲਾਉਂਦੇ ਨੇ। ਅੱਛਾ, ਜਿਹੜੀ ਦਰਬਾਰ ਦਾ ਇਮਾਰਤ ਦਾ ਸਾਰੀ ਹੋਇਆ ਸੀ ਨਾ, ਅੱਛਾ ਅੱਛਾ ਜੀ। ਉਦੋਂ मतलब ਨਿਕਲਿਆ ਸੀ तो कुछ अब ਸਾਡੇ ਪਿੰਡ ਦੇ ਵੀ ਲੋਕੀ ਉੱਥੇ ਸੀ तो उन्होंने भी नहीं, ये अपना जो है एक- ना उसका नाम था सैयद साहब आया था, वो लिख दे हाँ दिया जी, था। तो इसको ना बढ़िया शीशे ਵਿੱਚ शीशे ਲਾ ਚ ला ਕੇ के ना, हाँ जी, को शीशे ਵਿੱਚ ਲਾ ਕੇ ਨਾ। मुझे ये 4-5 साल हुए हैं। ਇਹਨੂੰ ਸੀਸੇ ਤੇ ये लाल कपड़े बिच ਸੋ ਸੰਗਤ ਜੀ ਇੱਕ ਹੋਰ ਕਿ आप ਇੱਥੇ जी ਜਿਹੜੇ अपना सुझाव ਦਿਓ ਕੁਝ ਚੰਗਾ ਸਾਨੂੰ, ਜੋ ਕਿ ਅਸੀਂ ਵੀ ਬੰਦ ਕੇ ਰੱਖੀਏ ਪੱਲੇ, ਕਿ ਤੁਸੀਂ ਤਾਂ ਪਤਾ ਵਾਲੇ ਨਹੀਂ ਹੋ, ਜਰੂਰ ਜੀ। ਸਾਡੇ 'ਚ ਬਹੁਤ ਦੇਖੋ, ਕਮੀ ਮੈਂ ਹੈ। ਇਕੱਲਾ ਨਹੀਂ, ਮੈਂ ਆਹ ਜਿੰਨੀਆਂ ਸੰਗਤਾਂ ਵੇਖ ਰਹੀਆਂ ਨੇ ਨਾ ਜੀ, ਐਟਮ ਕਾਫੀ ਹਾਂਜੀ। ਸੰਗਤਾਂ ਲਾਈਕ ਨੇ, ਹਾਂਜੀ। ਲਾਈਵ ਦੇਖ ਰਹੀਆਂ ਨੇ। ਤੇ ਸੰਗਤ ਜੀ ਤੁਹਾਡੇ ਸੁਝਾਅ ਬਹੁਤ ਜ਼ਰੂਰੀ ਨੇ। ਆ ਜੋ ਆਪ ਜੀ ਤੋਂ ਸੁਝਾਅ ਮੰਗ ਰਹੇ ਹੋ, ਕਿਉਂਕਿ ਆਪ ਜੀ ਬਹੁਤ ਪੜ੍ਹੇ ਲਿਖੇ ਜੁੜੇ ਹੋਈਆਂ, ਬਾਹਰ ਦੀਆਂ ਸੰਗਤਾਂ ਜੁੜੀਆਂ ਹੋਈਆਂ ਨੇ ਤੇ ਤੁਹਾਡੇ ਕੋਲ ਅਸੀਂ ਇਹ ਕਹਿ ਲਈ ਕਿ ਬਹੁਤ ਵਧੀਆ ਸੁਝਾਅ ਨੇ ਤੇ ਤੁਸੀਂ ਸੁਝਾਅ ਦਿਓ। जो लाके दिया था जो ਸੁਝਾਅ ਦਿਓ ਵੀ ਕੀ ਕਰਨਾ ਚਾਹੀਦਾ। ਇਹ ਸਾਰੀਆਂ ਨਿਸ਼ਾਨੀਆਂ ਇਹਨਾਂ ਦੇ ਕੋਲ ਮੌਜੂਦ ਨੇ, ਹੁਕਮਨਾਮੇ ਮੌਜੂਦ ਨੇ। ਅੱਛਾ, ਲੋਕਾਂ ਤੱਕ ਕਿੱਦਾਂ ਪਹੁੰਚਣ? ਸਹੀ ਹੈ ਜੀ। जो ਲੋਕ ਇੱਥੇ ਤੱਕ, ਸੰਗਤਾਂ ਇੱਥੇ ਤੱਕ ਕਿੱਦਾਂ ਪਹੁੰਚਣ? ਤੇ ਸਾਡਾ ਮਕਸਦ, ਅਸੀਂ ਕਿਤਾਬ ਲਿਖ ਰਹੇ ਹਾਂ, ਕਿਤਾਬ ਦੇ ਵਿੱਚ ਸਾਰਾ ਕੁਝ ਅਸੀਂ ਕਿਤਾਬ ਦੇ ਵਿੱਚ ਪਾ ਦੇਵਾਂਗੇ, ਹਿੰਦੀ ਵਿੱਚ, ਪੰਜਾਬੀ ਵਿੱਚ, ਇੰਗਲਿਸ਼ ਵਿੱਚ। ਉਹ ਤਾਂ ਹਮੇਸ਼ਾ ਲਈ ਸਾਂਭਿਆ ਜਾਏਗਾ। ਤੇ ਸਾਡੀ ਕੋਸ਼ਿਸ਼ ਇਹ ਹੈ ਕਿ ਇਹ ਸਾਰਾ ਇਤਿਹਾਸ ਲਿਖ ਕੇ ਈ ਬੁੱਕ ਤਿਆਰ ਕੀਤੀ ਜਾ ਰਹੀ ਹੈ 3 ਭਾਸ਼ਾ ਦੇ ਵਿੱਚ। ਇਹ ਈ ਬੁੱਕ ਗੂਗਲ ਦੇ ਉੱਤੇ ਭੇਜੀ ਜਾਏਗੀ ਤੇ ਕਿਤੇ ਵੀ ਦੁਨੀਆ ਦੇ ਵਿੱਚ ਕੋਈ ਵੀਰ ਬੈਠਾ ਉਹ ਜਿਹੜੀ ਮਰਜ਼ੀ ਭਾਸ਼ਾ ਦੇ ਵਿੱਚ ਉਹ ਪੜ੍ਹ ਸਕਦਾ ਆਪਣਾ ਇਤਿਹਾਸ। ਤੇ ਆਪ ਜੀ ਦਾ ਕੀ ਸੁਝਾਅ ਹੈ ਉਹ ਸੁਝਾਅ ਜ਼ਰੂਰ ਦੇਣਾ। ਜਿਹੜੀਆਂ ਸੰਗਤਾਂ ਇੱਥੇ ਆਉਣਾ ਚਾਹੁੰਦੀਆਂ ਨੇ, ਦਰਸ਼ਨ ਕਰਨਾ ਚਾਹੁੰਦੀਆਂ ਨੇ, ਮੈਂ ਇੱਥੇ ਦੀ ਕਮੇਟੀ ਦਾ ਨੰਬਰ ਆਪ ਜੀ ਨੂੰ ਅਸੀਂ ਬੋਲ ਦਿੰਦੇ ਹਾਂ ਜੀ। 88 ਹਾਂਜੀ, ਆਪ ਜੀ ਦਾ ਸ਼ੁਭ ਨਾਮ ਜੀ? अनिंदर सिंह प्रधान। हाँ जी। श्री गुरु तेग बहादुर ऐतिहासिक गुरुद्वारा लक्ष्मीपुर 8877 979450। अच्छा जी, ਜਦੋਂ ਸਿੰਘ ਸਭਾ ਕਾਇਮ ਹੋਏ। ਆਪ ਜੀ ਵੀ ਆਪਣਾ ਨੰਬਰ ਬੋਲ ਦਿਓ ਜੀ। जी ऊपर ਸਰਦਾਰ ਤੇਗ ਸਿੰਘ ਜੀ ਉਪ ਪ੍ਰਧਾਨ। ਨੰਬਰ ਸਾਡਾ ਹੈਗਾ 8298602482। ਜ਼ਰੂਰ ਜੀ। ਜਿਹੜੀ ਸੰਗਤਾਂ ਇੱਥੇ ਦਾ ਐਡਰੈਸ ਜਿਹੜਾ ਹੈ, ਐਡਰੈਸ ਵੀ ਥੋੜਾ ਦੱਸ ਦਿਓ ਵੀ ਆਪਣਾ ਕਿੱਦਾਂ ਪਹੁੰਚ ਸਕਦੇ ਕੋਈ श्री ਜੀ। गुरु तेग बहादुर ऐतिहासिक गुरुद्वारा लक्ष्मीपुर, पोस्ट लक्ष्मीपुर भाया गुरु बाजार, डिस्ट्रिक्ट कटिहार, बिहार, और 854104 पिन नंबर। नहीं, यहाँ तक पहुँच कैसे सकते हैं? पंजाब से ट्रेन आती है? हाँ जी, हाँ ਟ੍ਰੇਨ जी। ਆਂਦੀ ਹੈ। अच्छा, एक ਜਿਹੜਾ ਇੱਥੇ ਸਟੇਸ਼ਨ ਹੈ, ਇਹ ਕਠਿਆਰ ਸਭ ਤੋਂ ਵੱਡਾ ਸਟੇਸ਼ਨ ਹੈ, ਜੰਕਸ਼ਨ। ਉਹ ਚਾਰੋਂ ਪਾਸੇ ਦਾ 올 ਇੰਡੀਆ ਤੋਂ ਉਹ ਕਵਰ ਹੈ, ਬਹੁਤ ਵੱਡਾ ਸਟੇਸ਼ਨ ਹੈ। ਜਿਹੜਾ ਦਿੱਲੀ station ਦਾ ਦਿੱਲੀ ਤੋਂ ਨਾਮ ਹੈ- ਡਾਇਰੈਕਟ ਗੱਡੀ 4-5 ਗੱਡੀ ਹੈ ਕਠਿਆਰ ਵਾਸਤੇ। ਗੁਰੂ ਤੇਗ ਬਹਾਦਰ ਸਾਹਿਬ ਆਏ ਕਲਕੱਤੇ ਸਨ ਤੋਂ ਹੈ ਜੀ। ਤੇ ਮਾਘ ਦੀ ਪੂਰਨਮਾਸੀ ਹਾਂਜੀ,
ਮਾਘ ਦੀ ਪੂਰਨਮਾਸੀ 'ਚ ਉੱਥੇ ਮੇਲਾ ਲੱਗਦੇ ਨੇ ਉਸ ਜਗ੍ਹਾ ਤੇ, ਠੀਕ ਹੈ। ਤੇ ਗੁਰੂ ਤੇਗ ਬਹਾਦਰ ਜਦੋਂ ਆਏ ਸਨ ਤੇ ਇੰਨੀ ਭੀੜ ਹੋ ਗਈ ਨਾ, ਵਾਹਿਗੁਰੂ, ਲੋਕ ਇੰਨੇ ਇਕੱਠੇ ਹੋ ਗਏ, ਉਹ ਫਿਰ ਕੜਾ ਪ੍ਰਸਾਦ ਬਣਾ ਕੇ ਬਤਾਉਂਦੇ ਸਨ। ਅੱਛਾ ਜੀ। ਤੇ ਉਹਨਾਂ ਦੀ ਯਾਦ 'ਚ ਮੇਲਾ ਲੱਗਣਾ ਸ਼ੁਰੂ ਹੋ ਗਿਆ। ਅਜੇ ਵੀ ਮੇਲਾ ਲੱਗਦੇ ਨੇ, ਉਸ ਵੇਲੇ ਬਹੁਤ ਵਿਸ਼ਾਲ ਮੇਲਾ ਲੱਗਦੇ ਸਨ। ਉਹ ਮੇਲੇ ਦਾ ਕੀ ਨਾਮ ਕਹਿੰਦੇ ਨੇ? ਕੜਾ ਗੋਲਾ ਘਾਟ, ਮਾਗੀ ਮੇਲਾ, ਮਾਗੀ ਮੇਲਾ, ਕੜਾ ਦਾ ਗੋਲਾ, ਕੜਾ ਦਾ ਗੋਲਾ ਬਣਾ ਕੇ ਕੋਈ वो स्टार्ट होता है। ਹਾਂਜੀ। ਮਾਘ ਪੂਰਨਮਾ माघी पूर्णिमा, ਹਾਂ माघ पूर्णिमा ਇਹ में वो ਲੱਗਦਾ start ਤੇ होता है। ਮੱਸਿਆ ਨੂੰ ਵਾਪਸ ਜਾਂਦਾ। ਜਦੋਂ ਮੱਸਿਆ ਨੂੰ ਵਾਪਸ ਜਾਂਦੇ ਨੇ ਤੇ ਉਸ ਵੇਲੇ ਅੱਧੀ ਪੈਸੇ ਦਸਵੰਸ ਕਰਦੇ ਸਨ, ਅੱਛਾ ਜੀ। ਅੱਧੀ ਪੈਸੇ ਤੇ ਇੱਕ ਇੱਕ ਦੁਕਾਨ 'ਚ 100 ਰੁਪਇਆ ਹੋ ਜਾਂਦੇ ਸਨ। ਤੇ 2 ਆਨਾ ਕੇਜੀ ਦੇਸੀ ਘਿਓ ਸੀ ਤੇ 100 ਰੁਪਏ ਦਾ ਕੜਾ ਕਿੰਨਾ ਬਣੇਗਾ? ਕੜਾਏ ਭਰ ਕੇ, तो कढ़ाई भर के जो बने तो गोला बना के बनते ਗੱਫਾ ਦਿੰਦਾ ਸੀ, ਖੁੱਲਾ ਗੱਫਾ ਕੜਾ ਖੁੱਲਾ ਗੱਫਾ, गोला बना के ਖੁੱਲਾ ਗੱਫਾ ਇਹ ਤਾਂ कोई अफसर बड़ा अफसर गया कहता जी उन्होंने दिता खान खादा बड़ा रज गया, कहते दा ना किया जी कड़ा गोला, ਅੱਛਾ कड़ा दा गोला, कहना मैं नाम विख्यात करना चाहूँगा। ਅੱਛਾ ਜੀ। जितनी बेड़ी लगती सो ना रखता कड़ा गोला था। ਕੜਾ ਗੋਲਾ ਘਾਟ ਹੈ। हाँ स्टेशन का नाम भी करा ਤੇ ਫਿਰ ਬਜ਼ੁਰਗਾਂ ਨੇ ਰੇਲਵੇ ਸਟੇਸ਼ਨ ਦਾ ਨਾਮ ਵੀ ਕੜਾ ਗੋਲਾ ਨਹੀਂ ਪਹਿਲਾਂ ਫਿਰ ਬਜ਼ੁਰਗਾਂ ਨੇ ਹਾਂਜੀ। ਆਪਣੀ ਜ਼ਮੀਨ ਦੇ ਕੇ ਅੱਛਾ ਜੀ। पोस्ट ऑफिस बनाया। ਅੱਛਾ ਜੀ। हाँ स्टेशन बना। फिर मैं जमीन दे के स्टेशन बनाया कि ਅੱਛਾ ਜੀ। अंग्रेजों ने एक पैसा नहीं लिता ਉਹਦੇ ਨਾਲ ਵਾਹ ਜੀ। ਕਿ ਨਾਮ ਹੋਣਾ ਚਾਹੀਦਾ ਬਸ, ਹੋਰ ਕੁਝ ਨਹੀਂ। ਦੇਖੋ ਕੜਾ ਪ੍ਰਸ਼ਾਦ ਦੀ ਪਾਵਰ ਕਿੰਨੀ ਹੈ। ਕੜਾ ਪ੍ਰਸ਼ਾਦ ਦੇ ਨਾਮ ਦੇ ਉੱਤੇ ਕੜਾ ਗੋਲਾ ਘਾਟ ਹੈਗਾ, ਕੜਾ ਗੋਲਾ ਸਟੇਸ਼ਨ ਹੈਗਾ ਤੇ ਕੜਾ ਗੋਲਾ ਆਪਣਾ गुरु बाजार ਹਾਂ ਗੁਰੂ ਬਾਜ਼ਾਰ ਹੈਗਾ ਤੇ ਉਹ ਗੁਰੂ ਬਾਜ਼ਾਰ ਅਸੀਂ ਇਸ ਤੋਂ ਖਾਣਾ ਬਣਾਇਆ ਸੀ। ਡਾਕਖਾਨਾ, ਕੜਾ ਗੋਲਾ ਡਾਕਖਾਨਾ, ਨਹੀਂ ਗੁਰੂ ਬਾਜ਼ਾਰ। ਗੁਰੂ ਬਾਜ਼ਾਰ ਡਾਕਖਾਨਾ। हिंदुस्तान से 2 ही गुरु बाजार ने, ਅੱਛਾ ਜੀ। एक अमृतसर से, ਇੱਕ एक इतने कड़ा गोला। ये कारागोला रोड जो है ना, ਹਾਂਜੀ। ਇਹ ਪਹਿਲਾਂ ਦਾ NH ਸੀ GT ਰੋਡ, ਜਿਹੜਾ ਸ਼ਹਿਰ ਸੂਈ ਬਣਾਇਆ ਸੀ, ਉਹ ਰੋਡ ਹੈਗਾ ਇਹ ਜਿਹੜਾ ਨਦੀ ਕੰਢੇ ਗਏ ਨੇ ਕਾਰਾਗੋਲਾ ਘਾਟ। ਹਾਂਜੀ ਹਾਂਜੀ ਹਾਂਜੀ। ਉਹ ਰੋਡ ਸਭ ਤੋਂ ਪੁਰਾਣਾ ਰੋਡ ਇਲਾਕੇ ਦਾ, ਜਿਹੜਾ ਮੇਨ NH ਸੀ ਪਹਿਲਾਂ ਦਾ ਆਵਾਜਾਈ ਦਾ, ਜਿਹਨਾਂ ਨੇ ਪਹਿਲਾਂ ਸ਼ਹਿਰ ਸੂਈ ਬਣਾਇਆ ਸੀ, ਉਹ ਉਹੀ ਰੋਡ ਹੈ ਕਾਰਾਗੋਲਾ ਰੋਡ। ਦਾਰਜਲਿੰਗ ਰੋਡ ਬੋਲਦੇ। ਦਾਰਜਲਿੰਗ ਰੋਡ ਬੋਲਦੇ ਸੀ ਇਹਨਾਂ ਨੂੰ, ਤੇ ਅਸੀਂ ਲੋਕ ਇੱਥੇ ਕਾਰਾਗੋਲਾ ਰੋਡ ਕਰਕੇ ਕਾਇਮ ਕੀਤਾ ਇਹਨਾਂ ਨੂੰ ਕਿ ਕਾਰਾਗੋਲਾ ਸਾਰੇ ਜਗ੍ਹਾ ਮਾਲੂਮ ਹੈ, ਪੂਰਾ ਇਲਾਕੇ 'ਚ ਕਾਰਾਗੋਲਾ है ना, कारागोला रोड, कारागोला विख्यात नाम है। कि उस वेले इस इलाके से आने का रास्ता इको ही कड़ा गोला से, कोई रोड नहीं सी, कोई कोई रोड रोड नहीं सी। फिर उतो 9 तो बंदे जाते सी, जे इथों दिल्ली जाना ते 6 घंटा पहले दिल्ली पहुंचणगे। सिपा तो जाता सी ना पहला ਇਹ ਤਾਂ जहाज़ तो ਗੰਗਾ ਦੇ ਕੱਟਣ ਦੇ ਨਾਲ ਕੁਝ ਦੂਰੀ ਪੈ ਗਿਆ, ਨਹੀਂ ਤੇ ਇਥੋਂ ਰੋਡ ਹਰ ये सारे लिंक सी ना रोड, ये भागलपुर कहलगांव मालदा, ये जरा नदी है ना पीछे जरा अपना कारागोला घाट, ਉਹਦਾ ਲਿੰਕ ਚਾਰੋਂ ਪਾਸੇ ਸੀ ਕਲਕੱਤੇ। ਇਸ ਨਦੀ ਦੇ ਕੰਢੇ ਤੇ ਜੇ ਧੋਬੜੀ ਸਾਹਿਬ ਜਾਈਏ ਤੇ 3 ਘੰਟੇ 'ਚ ਧੋਬੜੀ ਸਾਹਿਬ ਪਹੁੰਚ ਜਾਵਾਂਗਾ। ਅੱਛਾ ਜੀ। ਹਾਂ ਉਹੀ ਸੋ ਕੇ ਤੇ ਗੁਰੂ ਸਾਹਿਬ ਪਹਿਲਾਂ ਨਦੀ ਦੇ ਕੰਢੇ ਕੰਢੇ ਜਿੰਨੇ ਸਥਾਨ ਬਣੇ ਨੇ, ਨਦੀ ਦੇ ਕੰਢੇ ਕੰਢੇ ਬਣੇ ਨੇ। ਪਹਿਲਾਂ ਰਾਹ ਹੋਈ ਸੀ ਕੋਈ ਜਰੂਰ ਸੰਗਤ ਜੀ, ਅੱਗੇ ਅਸੀਂ ਆਪ ਜੀ ਨੂੰ ਗੁਰੂ ਕਾ ਬਾਜ਼ਾਰ ਦੇ ਵੀ ਦਰਸ਼ਨ ਕਰਵਾਵਾਂਗੇ ਕਿ 2 ਹੀ ਬਾਜ਼ਾਰ ਨੇ ਪੂਰੇ ਵਰਲਡ ਦੇ ਵਿੱਚ, ਕਹਿ ਲਈਏ ਗੁਰੂ ਸਾਹਿਬ ਦੇ ਨਾਮ ਤੇ ਇੱਕ ਅੰਮ੍ਰਿਤਸਰ ਗੁਰੂ ਕਾ ਬਾਜ਼ਾਰ, ਇੱਕ ਬਿਹਾਰ ਦੇ ਵਿੱਚ, ਤੇ ਇੱਕ ਰੇਲਵੇ ਸਟੇਸ਼ਨ ਜੋ ਕੜਾ ਗੋਲਾ ਦੇ ਨਾਮ ਦੇ ਉੱਤੇ, ਕੜਾ ਪ੍ਰਸ਼ਾਦ ਦੇ ਨਾਮ ਦੇ ਉੱਤੇ, ਤੇ ਉਸ ਤੋਂ ਬਾਅਦ ਘਾਟ, ਕੜਾ ਗੋਲਾ ਘਾਟ, ਉਹਦੇ ਵੀ ਆਪ ਜੀ ਨੂੰ ਦਰਸ਼ਨ ਕਰਾਵਾਂਗੇ। ਜੁੜੇ ਰਹਿਣਾ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਉਹਦਾ ਨਾਮ ਚੇਂਜ ਕਰਾਉਣ ਵਾਸਤੇ ਬਹੁਤ ਕਾਰਾਗੋਲਾ ਸਾਹਿਬ। ਇੱਕ ਪੇਜ ਬਾਰੇ ਜ਼ਰੂਰ ਬੋਲੋ ਕਿ ਜਿਨ੍ਹਾਂ ਨੇ ਮਤਲਬ ਇਹ ਚੀਜ਼ਾਂ ਖਜ਼ਾਨਾ ਲੈਣਾ ਉਹ ਸਾਰੇ ਪੇਜ ਤੇ ਜ਼ਰੂਰ ਜੁੜਨਾ, ਤੇ ਜਿਨ੍ਹਾਂ ਨੇ ਇਹ ਸਾਰਾ ਖਜ਼ਾਨਾ ਜਿਹੜਾ ਜੀ, ਜਿੰਨਾ ਵੀ ਪਿੱਛੋਂ ਇਤਿਹਾਸ ਅਸੀਂ ਕਵਰ ਕਰਦੇ ਆ ਰਹੇ ਹਾਂ, ਇਹ ਸਾਰਾ ਜਿਵੇਂ ਅਸੀਂ ਵੀਰਾਂ ਨਾਲ ਬੈਠੇ ਆ ਇੱਥੇ ਆ ਕੇ, ਤੇ ਸਾਰਾ ਇਤਿਹਾਸ ਸਾਡੇ ਵੱਲੋਂ ਲਿਖਿਆ ਜਾ ਰਿਹਾ। ਇਹਨੂੰ ਲਿਖਣ ਤੋਂ ਬਾਅਦ ਇਹਦੇ ਵਿੱਚ 6 ਮਹੀਨੇ ਲੱਗਣਗੇ, ਹੋਰ ਸੋਧ ਕੀਤੀ ਜਾਏਗੀ, ਬਾਰ-ਬਾਰ ਫੋਨ ਕਰਕੇ ਪੁੱਛਿਆ ਜਾਏਗਾ। ਜਦੋਂ ਕੰਪਲੀਟ ਹੋ ਗਿਆ ਤੇ ਅਸੀਂ ਉਹ ਸਾਰਾ ਇਤਿਹਾਸ ਸਾਡੇ ਪੇਜ ਖੋਜ ਵਿਚਾਰ YouTube ਦੇ ਉੱਤੇ ਤੇ ਖੋਜ ਵਿਚਾਰ Facebook ਦੇ ਉੱਤੇ ਪਾ ਰਹੇ ਹਾਂ। ਉਹਦੀ ਵੀਡੀਓ ਵੀ ਨਾਲ ਦੀ ਨਾਲ ਬਣਾ ਕੇ ਪਾ ਰਹੇ ਹਾਂ। ਉਹਦੇ ਵਿੱਚ ਜਿੰਨਾ ਘੰਟਾ 1.5 ਘੰਟੇ ਦਾ ਇਤਿਹਾਸ ਹੈ, ਉਹ ਸਾਰਾ 5 ਜਾਂ 7 ਮਿੰਟ ਦੇ ਵਿੱਚ ਕੰਪਲੀਟ ਹੋ ਜਾਏਗਾ ਤੇ ਬਿਲਕੁਲ ਉਹਦੇ ਵਿੱਚ ਪਿਓਰ ਇਤਿਹਾਸ ਰਹੇਗਾ। ਇੱਕ ਮਿੰਟ ਜੀ, ਬਹੁਤ ਖੋਜ ਵਾਲੀ ਗੱਲ ਆਪ ਜੀ ਨੂੰ ਮੈਂ ਸੁਣਾਵਾਂਗਾ, ਦੇਸੀ ਤੁਸੀਂ ਦੋ। ਹਾਂਜੀ ਹਾਂਜੀ। ਇੱਥੇ ਦਾ ਜਿਹੜਾ ਭਾਸ਼ਾ ਹੈ ਨਾ, ਅੰਗਿਕਾ ਭਾਸ਼ਾ, ਹੂੰ ਇਹ ਭਾਗਲਪੁਰ ਜਨਾ ਇਲਾਕੇ ਦਾ। ਤੇ ਇੱਕ ਸ਼ੁਰੂ ਤੋਂ ਸਾਡੇ ਬਜ਼ੁਰਗ ਵੀ ਕਹਿ ਰਹੇ ਨੇ, ਗੁਰਬਾਣੀ 'ਚ ਜੇ ਗੁਰੂ ਨੌਵੇਂ ਪਾਤਸ਼ਾਹ ਦਾ ਬਾਣੀ ਹੈ ਨਾ, ਬੀਤ ਜੈ ਹੈ ਜਨਮ ਅਕਾਜ ਰੇ,
ਸਮਝਤ ਨੇ ਜਾਨ, ਇਹ ਜਿਹੜਾ ਭਾਸ਼ਾ ਹੈ ਨਾ ਇੱਥੇ ਦਾ ਭਾਸ਼ਾ ਹੈ। ਇੱਥੇ ਦਾ ਭਾਸ਼ਾ ਹਾਂ, ਇਹ ਅੰਗਿਕਾ ਭਾਸ਼ਾ ਹੈ। ਅੰਗਿਕਾ, ਹਾਂਜੀ। ਵਾਹ ਜੀ ਵਾਹ। ਜਿਸ ਤਰ੍ਹਾਂ ਬੀਤ ਜੇ ਹੈ, ਬੀਤ ਜੇ, ਅਸੀਂ ਲੋਕ ਸਾਰੇ ਇੱਥੇ ਇਸੀ ਭਾਸ਼ਾ ਨੂੰ ਅਸੀਂ ਬੋਲਦੇ ਨੇ, ਇੱਥੇ ਬੋਲ ਨੇਪਾਲ ਜਾਂਦੇ ਤੇ ਬਿਹਾਰੀ ਸਾਰੇ ਮਿਲੇ ਹੋਏ ਨੇ। ਗੁਰੂ ਸਾਹਿਬ ਨੇ ਉੱਥੇ ਦੀ ਭਾਸ਼ਾ ਵਿੱਚ ਹੀ ਜਾ ਕੇ ਪ੍ਰਚਾਰ ਕੀਤਾ, ਗੁਰਬਾਣੀ ਵੀ ਉਸੇ ਭਾਸ਼ਾ ਜਿੰਨੇ ਦਾ ਵਿੱਚ। ਕਹਿਣਾ ਹੈ ਕਿ ਇਹ ਜਿਹੜੇ ਬਾਣੀ ਹੈ ਨਾ, ਇਹ ਇੱਥੇ ਹੀ ਜਿਹੜਾ ਮਾਘ ਦਾ ਪੂਰਨਿਮਾ ਤੇ ਲੋਕੀ ਨੂੰ ਸਮਝਾਇਆ ਸੀ ਨਾ, ਤੇ ਇੱਥੇ ਦਾ ਭਾਸ਼ਾ ਦੇ ਅਨੁਸਾਰ ਸਮਝਾਇਆ ਸੀ। ਜੇ ਗੁਰਬਾਣੀ 'ਚ ਹੈ ਬੀਤ ਜੇ ਹੈ, ਬੀਤ ਜੇ ਹੈ, ਪੂਰੇ ਤੁਸੀਂ ਬਾਣੀ ਪੜੋ, ਇੱਥੇ ਤਾਂ ਪੂਰਾ ਭਾਸ਼ਾ ਹੀ ਹੈ। ਆਵਾਜ਼ ਸੁਣ ਕੇ ਪੁਰਾਣੀ ਸਮਝਤ ਨਾ ਹੈ ਕਹੇ ਜਾਨ, ਕਾਨ ਤੋਂ ਪਹੁੰਚੀ ਔਰ ਕਹਾਂ ਜੇ ਭਾਜ ਰੇ। ਅਸੀਂ ਇੱਥੇ ਭਾਗਲਪੁਰ ਸਾਰੇ ਇਹ ਭਾਸ਼ਾ ਬੋਲਦੇ ਹਾਂ। ਵਾਹ ਜੀ ਵਾਹ। ਪਰ ਇਹ ਵੀ ਖੋਜਣ ਦੀ ਲੋੜ ਹੈ ਕਿ ਇਹ ਜਿਹੜਾ ਗੁਰੂ ਸਾਹਿਬ ਦਾ ਜੋ ਬਾਣੀ ਉਚਾਰਿਆ ਸੀ, ਇਹ ਸਾਡੇ ਇੱਥੇ ਹੀ ਉਚਾਰਿਆ ਸੀ, ਕਾਲਾ ਗੋਲਾ ਘਾਟ 'ਚ। ਵਾਹਿਗੁਰੂ ਵਾਹਿਗੁਰੂ। ਇਹਨਾਂ ਦੇ ਭਾਗਲਪੁਰ ਚ ਜਿੱਥੇ ਕੀ ਹਨੂੰਮਾਨ ਜੀ ਦਾ ਮੂਰਤੀ ਰੱਖਿਆ ਨਾ, ਉਹ ਬਾਬਾ ਸ੍ਰੀ ਚੰਦ ਦਾ ਸਥਾਨ। ਬਹੁਤ ਐਸੀ ਜਗ੍ਹਾ ਸਾਡੇ ਕੋਲ ਲੁਪਤ ਹੋ ਰਹੀਆਂ ਨੇ, ਅੱਗੇ ਲੈ ਕੇ ਆਉਂਦੇ ਆ ਸਾਹਮਣੇ। ਤੁਹਾਡਾ ਹੁਣ ਨੋਗਰ ਸਾਡੇ ਕੌਮ ਸੁੱਧ ਗਏ ਨੇ, ਕੋਈ ਖੋਜ ਨਹੀਂ ਕਰ ਰਿਹਾ, ਕੁਝ ਨਹੀਂ ਕਰ ਰਿਹਾ, ਸਾਰੇ ਮਾਇਆ ਦੇ ਪਿੱਛੇ, ਹੁਣ ਬਿਲਡਿੰਗਾਂ ਬਣਾਉਣ ਦੇ ਪਿੱਛੇ, ਆਪਸ 'ਚ ਇੱਕ ਦੂਜੇ ਨੂੰ ਨਿਵਾ ਦਿਖਾਉਣ ਤੇ ਪ੍ਰਧਾਨਗੀ ਦੇ ਪਿੱਛੇ ਲੜੀ ਜਾਂਦੇ ਨੇ। ਜਿਹੜਾ ਮਹੰਤ ਸਿੱਖੀ ਦਾ ਜਿਹੜੇ ਪ੍ਰਚਾਰ, ਨੇ, ਸਿੱਖੀ ਦਾ ਖੋਜ ਨਹੀਂ ਹੋ ਰਿਹਾ। ਜਿਹੜੇ ਤੁਹਾਡੇ ਵਰਗੇ ਮਹੰਤ ਲੋਕ ਹੋ ਜਾਣ 10-20, ਕੌਮ ਦਾ ਉਧਾਰ ਹੋ ਜਾਵੇ। ਜਿਹੜੇ ਬਿਲਕੁਲ ਮਹੰਤ ਨੇ ਸਰਦਾਰ ਬਾਬੂ ਨੇ ਦੇ ਅੰਮ੍ਰਿਤਸਰ ਨਾਲ। 'ਚ ਬੈਠੇ ਹੋਏ, ਜਿਹੜੇ ਮਹੰਤ ਨੇ ਅੰਮ੍ਰਿਤਸਰ 'ਚ ਬੈਠੇ ਹੋਏ, ਉਹ ਕਦੇ ਖੋਜ ਹੀ ਨਹੀਂ ਕਰਦੇ। ਤੇ ਸੰਗਤ ਆਰਾਮ ਨਾਲ ਸੁੱਤੇ ਪਏ ਨੇ। ਇਹਦੇ ਬਾਰੇ ਸਾਡੇ ਵਾਸਤੇ, ਸਾਡੇ ਕੋਲ ਕੋਈ ਲਫ਼ਜ਼ ਨਹੀਂ ਹੈ ਜੋ ਬਾਪੂ ਜੀ ਕਹਿ ਰਹੇ ਨੇ। ये सरकार के पास अपील करना पड़ेगा कि 360 गुरुद्वारे से बिहार के अंदर जिन्ना पास इन्नी संपत्ति सी ਕਿੱਥੇ ਗਏ? कितने गए सानू ਇਹਦਾ खोज दो। ਬਿਲਕੁਲ ਬਿਲਕੁਲ ਬਿਲਕੁਲ। ਜਿੰਨੇ ਦਾਸ ਕੋਲੋਂ ਹੋਇਆ ਜੀ, ਮੈਂ ਬਿਹਾਰ ਦੇ ਇਲਾਕੇ ਵਿੱਚ ਹੀ ਹੈ, ਜਿੰਨੇ ਕੋ ਹੋਇਆ, ਜੋ ਗੁਰੂ ਸਾਹਿਬ ਜੀ ਦੇ ਮਾਰਗ ਤੇ ਚੱਲ ਰਹੇ ਆ, ਕਿਉਂਕਿ ਇਸ ਤੋਂ ਬਾਅਦ ਗੁਰੂ ਨਾਨਕ ਸਾਹਿਬ ਜੀ ਦੇ ਸਥਾਨਾਂ ਦੀ ਵੀ ਖੋਜ ਕਰਨੀ ਹੈ, ਰਲ ਕੇ ਕਰਾਂਗੇ ਆਪਾਂ। ਜੇ ਕਲਕੱਤੇ ਜਾਓਗੇ ਨਾ, ਕਲਕੱਤੇ ਜਾਣਾ ਜੀ, ਜਾਣਾ। ਜਾਣਾ ਨਾ, ਉੱਥੇ ਜਗਮੋਹਨ ਸਿੰਘ ਨਾਂ ਦਾ ਗਿੱਲ ਸਾਹਿਬ ਜੀ। ਗਿੱਲ ਸਾਹਿਬ ਜੀ, ਤੁਸੀਂ ਉਹਨਾਂ ਤੋਂ ਮਿਲੋ, ਉਹਨਾਂ ਤੋਂ ਸਾਰਾ ਇਤਿਹਾਸ ਤੁਹਾਨੂੰ, ਸਾਰੇ ਗੁਰਦੁਆਰੇ ਉਹ ਵੀ ਬਹੁਤ ਖੋਜ ਕੀਤੇ ਨੇ। ਉਹਦਾ ਨੰਬਰ ਤੁਸੀਂ ਮਿਲੇ ਜਗਮੋਹਨ